नमस्कार। प्रोग्राम हैलो डॉक्टर देखने वाले दर्शकों डॉक्टर नरेश बटला का प्यार भरा नमस्कार तो बहुत बहुत स्वागत है। प्यारे दर्शकों, जिदा कि करोना का पैंडेमिक चल रहा है, ये महामारी नूं थोड़ी जी ठल तो जरूर पई है, लेकिन सीरीयस केस हाले भी बहुत ज़्यादा आ रहे हैं। ये नहीं कि बीमारी चली गई है, हाले भी बहुत ज़्यादा एहतियात तो बहुत ज़्यादा जरूरत है प्रिकॉशनस की। करोना की बीमारी ने तकरीबन हर वर्ग के मरीज़ को असर किया है, बड़े ज़्यादा शरीर के अंगों पर असर किया है, तो खास करके गुरदे की बीमारियों वाले मरीज़ों को भी बहुत ज़्यादा असर किया है। इसलिए असीं अज का विषय चुनिया है कि गुरदे की बीमारियों का करोना की बीमारी नाल किस तरह रिलेशन है। इस विषय नाल जुड़े तुहाडे जहन में बहुत सारे सवाल होंगे। प्यारे दर्शकों, तुसीं साडे नाल इस विषय नाल जुड़े सवाल कोई भी डायरैक्ट कर सकते हो। साडे टैलीफोन नंबर नोट करो 0181 281 42 61 0181 281 42 64। इस विषय में वधेरी जानकारी देने लिए ਜਿਹੜੇ स्पैशलिस्ट असीं अज सद्दा दिता है, मैं तुहाडा उन्हां नाल तारुफ करा दा। मेरे नाल बैठे हैं डॉक्टर रघविंदर सिंह। सत श्री अकाल जी। डॉक्टर रघविंदर सिंह DM नैफ्रोलॉजी हैं, बड़े सीनियर नैफ्रोलॉजिस्ट हैं, तो बड़े सालों तो इस विषय नाल जुड़े हुए हैं, इस फील्ड दे विच काम कर रहे हैं। तो करोना काल के दौरान भी इन्होंने बहुत सारे ऐसे मरीजों को ट्रीट किया है। डॉक्टर साहब, सब तो पहले तो इस प्रोग्राम में तुहाडा बहुत बहुत स्वागत। थैंक यू जी, धन्यवाद। डॉक्टर साहब, मैं चाहूँगा कि ਆਪਾਂ ਸ਼ੁਰੂ ਕਰਨ ਤੋਂ ਪਹਿਲਾਂ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਦਰਸ਼ਕਾਂ ਨੂੰ ਇਹ ਦੱਸੀਏ ਕਿ ਕਿਹੜੀਆਂ ਕਿਡਨੀ ਦੀ ਬਿਮਾਰੀਆਂ ਹਨ ਜਿਹੜੀਆਂ ਕਿ ਅੱਜਕੱਲ ਬਹੁਤ ਜ਼ਿਆਦਾ ਕਾਮਨ ਹਨ, ਜਿਹੜੇ ਤੁਹਾਡੇ ਕੋਲ ਬਹੁਤ ਜ਼ਿਆਦਾ ਮਰੀਜ਼ ਆਉਂਦੇ ਹਨ। किडनी ਦੀ ਕਈ ਤਰ੍ਹਾਂ ਦੀ ਬਿਮਾਰੀਆਂ ਹੁੰਦੀ ਹੈ। ਜੇ ਅਸੀਂ ਲਿਸਟ ਵਾਈਜ਼ ਦੇਖੀਏ ਤਾਂ ਸਭ ਤੋਂ ਪਹਿਲਾ ਤੇ ਸਭ ਤੋਂ ਕਾਮਨ ਕਾਜ਼ ਹੈਗਾ, ਸਭ ਤੋਂ ਕਾਮਨ ਕਾਰਨ ਹੈਗਾ ਡਾਇਬੀਟੀਜ਼ ਜੀ। ਸ਼ੂਗਰ ਦੀ ਬਿਮਾਰੀ, ਜੋ 100 ਲੋਕਾਂ ਨੂੰ ਸ਼ੂਗਰ ਦੀ ਬਿਮਾਰੀ ਹੋਏ, ਉਹਨਾਂ ਨੂੰ 50 ਨੂੰ ਕਿਡਨੀ ਦੀ ਪ੍ਰੋਬਲਮ ਆਉਂਦੀ ਹੈ ਜੀ। 50% ਸ਼ੂਗਰ ਦੇ ਮਰੀਜ਼ਾਂ ਨੂੰ ਕਿਡਨੀ ਦੀ ਪ੍ਰੋਬਲਮ ਇਨ ਲਾਈਫ ਟਾਈਮ ਇਨ ਫਿਊਚਰ ਉਹਨਾਂ ਦੇ ਕੋਰਸ ਦੇ ਵਿੱਚ ਆ ਜਾਂਦੀ ਹੈ। ਉਹਦਾ ਹੀ ਨੰਬਰ 2 ਤੇ ਆਉਂਦਾ ਹੈ ਬਲੱਡ ਪ੍ਰੈਸ਼ਰ। ਤੇ ਬਲੱਡ ਪ੍ਰੈਸ਼ਰ ਦੀ ਬਿਮਾਰੀ ਵੀ ਇੱਦਾਂ ਹੁੰਦੀ ਹੈ ਕਿ ਉਹ ਕਿਡਨੀ ਨੂੰ ਅਸਰ ਕਰਦੀ ਹੈ। ਜਿੱਦਾਂ ਸ਼ੂਗਰ ਦੀ ਬਿਮਾਰੀ ਕਿਡਨੀ ਦੇ ਫਿਲਟਰ ਦੇ ਵਿੱਚ ਸ਼ੂਗਰ ਜਮ੍ਹਾਂ ਹੋ ਕੇ ਕਿਡਨੀ ਦੇ ਫਿਲਟਰ ਨੂੰ ਡੈਮੇਜ ਕਰ ਜਾਂਦੀ ਹੈ। ਉਸੇ ਤਰ੍ਹਾਂ ਬਲੱਡ ਪ੍ਰੈਸ਼ਰ ਦੀ ਬਿਮਾਰੀ, ਬਲੱਡ ਪ੍ਰੈਸ਼ਰ ਦੇ ਹਾਈ ਬਲੱਡ ਪ੍ਰੈਸ਼ਰ ਕਿਡਨੀ ਦੇ ਨਾਜ਼ੁਕ ਫਿਲਟਰਾਂ ਨੂੰ ਚੋਟ ਪਹੁੰਚਾਉਂਦਾ ਹੈ। ਉਹ ਚੋਟ ਦੇ ਕਰਕੇ ਕਿਡਨੀ ਦੇ ਫਿਲਟਰ ਜਿਹਨਾਂ ਨੂੰ ਅਸੀਂ ਨੈਫਰੋਨ ਕਹਿੰਦੇ ਹਾਂ, ਉਹ ਨੈਫਰੋਨ ਡੈਮੇਜ ਹੋ ਜਾਂਦੇ। ਉਹ ਡੈਮੇਜ ਕਰਕੇ ਉਹਨਾਂ ਦੀ ਰਿਪੇਅਰ ਕਈ ਵਾਰ ਹੁੰਦੀ ਹੈ, ਕਈ ਵਾਰ ਨਹੀਂ ਹੁੰਦੀ। ਜੋ ਜ਼ਿਆਦਾ ਡੈਮੇਜ ਰਿਪੀਟੇਡਲੀ ਡੈਮੇਜ ਹੋਏਗਾ ਤੇ ਉਸ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਉਹਨਾਂ ਦੀ ਰਿਪੇਅਰ ਨਹੀਂ ਹੋ ਜਾਂਦੀ ਹੈ, ਤਾਂ ਉਹਨਾਂ ਦੇ ਉਹ ਫਿਲਟਰ ਡੈਮੇਜ ਹੋ ਜਾਂਦਾ ਹੈ। ਤੇ ਇਸ ਤਰ੍ਹਾਂ ਇਹ ਤਾਂ ਦੋ ਬਿਮਾਰੀਆਂ ਮੇਨ ਹੈਗੀ। ਉਸ ਤੋਂ ਬਾਅਦ ਕਿਡਨੀ ਦੀ ਆਪਣੀ ਬਿਮਾਰੀਆਂ ਹੈਗੀ, ਕਿਡਨੀ ਦੇ ਇਨਫੈਕਸ਼ਨ ਹੈਗੇ, ਕਿਡਨੀ ਦੇ ਸਟੋਨ ਦੀ ਬਿਮਾਰੀਆਂ ਹੈਗੀ, ਕਿਡਨੀ ਦੀ ਕਈ ਤਰ੍ਹਾਂ ਦੀ ਦਵਾਈਆਂ ਦਾ ਇਨਫੈਕਸ਼ਨ ਦਾ, ਕਈ ਤਰ੍ਹਾਂ ਦੀ ਜੈਨੇਟਿਕ ਹੈ, ਸਿਸਟਿਕ ਡਿਜ਼ੀਜ਼ਸ ਹੈ, ਕਈ ਤਰ੍ਹਾਂ ਦੀ ਹੋਰ ਵੀ ਬਿਮਾਰੀਆਂ ਹੈਗੀ, ਉਹ ਕਿਡਨੀ ਨੂੰ ਅਸਰ ਕਰਦੀ ਹੈ। ਪਰ ਸਭ ਤੋਂ ਜ਼ਿਆਦਾ ਅਸੀਂ ਦੇਖਦੇ ਹਾਂ ਸ਼ੂਗਰ ਯਾਨੀ ਕਿ ਡਾਇਬੀਟੀਜ਼ ਤੇ ਬਲੱਡ ਪ੍ਰੈਸ਼ਰ ਦੀ ਕਰਕੇ। ਹਾਂਜੀ, ਇੱਕ ਡਾਕਟਰ ਮੈਂ ਇੱਕ ਸਵਾਲ ਜ਼ਰੂਰ ਪੁੱਛਣਾ ਚਾਹੂੰਗਾ। ਪਰਸੋਂ ਨੋ ਸਮੋਕਿੰਗ ਡੇ, ਨੋ ਟੋਬੈਕੋ ਡੇ ਸੀਗਾ, ਤੇ ਸਮੋਕਿੰਗ ਜਿਹੜੀ ਹੈ, ਟੋਬੈਕੋ ਜਿਹੜਾ ਹੈ, ਗੁਰਦੇ ਤੇ ਕਿੰਨਾ ਕੁ ਅਸਰ ਕਰਦਾ ਹੈ? ਸਮੋਕਿੰਗ ਹਰ ਆਰਗਨ ਨੂੰ ਡੈਮੇਜ ਕਰਦਾ ਹੈ ਜੀ। ਸਮੋਕਿੰਗ ਦਾ ਅਸਰ ਇਹ ਹੁੰਦਾ ਹੈ ਕਿ ਹਰ ਹਾਰਟ ਨੂੰ, ਲੰਗਸ ਨੂੰ, ਕਿਡਨੀ ਨੂੰ, ਹਰ ਆਰਗਨ ਨੂੰ, ਬ੍ਰੇਨ ਨੂੰ, ਆਰਟਰੀਜ਼ ਨੂੰ, ਸਾਰੀ ਖੂਨ ਦੀ ਨਾੜੀਆਂ ਜੋ ਹੁੰਦੀ ਹੈ ਉਹਦੇ ਵਿੱਚ ਵੀ ਸਮੋਕਿੰਗ ਦਾ ਅਸਰ ਹੁੰਦਾ ਹੈ। ਤਾਂ ਅਸੀਂ ਦੇਖਦੇ ਹਾਂ ਕਿ ਜੋ ਲੰਬੀ ਸਮੋਕਿੰਗ ਕਰਦੇ ਉਹਨਾਂ ਦੇ ਬਰਜਸ ਡਿਜ਼ੀਜ਼ ਜਾਂ ਖੂਨ ਦੀ ਦੌਰਾ ਜੋ ਹੁੰਦਾ, ਖੂਨ ਦੀ ਨਾੜੀ ਹੁੰਦੀ ਸਿकुड़ ਜਾਂਦੀ ਹੈ, ਕੈਲਸੀਫਾਈਡ ਹੋ ਜਾਂਦੀ ਹੈ, ਅਤੇ ਉਹਨਾਂ ਦੀ ਇਲਾਸਟਿਸਿਟੀ ਘਟ ਜਾਂਦੀ ਹੈ। ਉਹਦੇ ਪੰਪਿੰਗ ਜੋ ਹੁੰਦੀ ਹੈ ਇਲਾਸਟਿਸਿਟੀ ਦੇ ਕਰਕੇ ਖੂਨ ਪ੍ਰੋਪੈਲ ਹੁੰਦਾ, ਖੂਨ ਅੱਗੇ ਚੱਲਦਾ ਹੈ, ਉਹ ਘਟ ਜਾਂਦਾ ਹੈ। तो हौले हौले करके जो टर्मिनल ऑर्गन्स होते हैं शरीर के, जिदा फिंगर्स है या टोज है, तो ये टर्मिनल ऑर्गन्स भी इन्होंने डैमेज कर, तो हर ऑर्गन ਨੂੰ असर करता है। मतलब गुर्दे ते बहुत ज़्यादा असर करती है जी, क्योंकि गुर्दे ਦੇ ਕਰਕੇ ਫਿਰ ਗੁਰਦੇ ਦੇ ਵਿੱਚ ਵੀ ਛੋਟੀ ਛੋਟੀ ਨਾੜੀਆਂ ਹੁੰਦੀਆਂ, ਵੈਸਲਸ ਹੁੰਦੀਆਂ, ਉਹ ਵੀ ਬਹੁਤ ਨਾਜ਼ੁਕ ਹੁੰਦੀ ਹੈ। ਉਹਦੇ ਵਿੱਚ ਵੀ ਕਿਡਨੀ ਦੀ ਸਮੋਕਿੰਗ ਦੇ ਕਰਕੇ ਕਿਡਨੀ ਦੇ ਫਿਲਟਰ ਡੈਮੇਜ ਹੋ ਜਾਂਦੇ ਜੀ। ਇਹ ਡਾਕਟਰ ਸਾਹਿਬ, ਮੈਂ ਹੁਣ ਪੁੱਛਣਾ ਚਾਹੂੰਗਾ ਕਿ ਜਿਹੜਾ ਕਰੋਨਾ ਹੈ, ਸਪੋਜ਼ ਕਿਸੇ ਨੂੰ ਗੁਰਦੇ ਦੀ ਤਕਲੀਫ ਹੈ, ਤੇ ਉਹਦੇ ਤੇ ਜੇ ਕਰੋਨਾ ਹੋ ਜਾਂਦਾ, ਉਸ ਮਰੀਜ਼ ਨੂੰ ਕਰੋਨਾ ਹੋ ਜਾਂਦਾ, ਤਾਂ ਫਿਰ ਆਪਾਂ ਕਿਸ ਤਰ੍ਹਾਂ ਉਹਨੂੰ ਫੋਲੋ ਅਪ ਕਰਦੇ, ਕਿਸ ਤਰ੍ਹਾਂ ਉਹਦਾ ਇਲਾਜ ਸ਼ੁਰੂ ਕਰਦੇ? ਇਹ ਬਹੁਤ ਵਧੀਆ ਸਵਾਲ ਕੀਤਾ ਹੈ ਕਿ ਕੋਰੋਨਾ ਤੇ ਕਿਡਨੀ ਇਹ ਦੋਨੋਂ ਆਪਸ 'ਚ ਕਾਫੀ ਰਿਸਕੀ, ਕਾਫੀ ਕਹਿ ਲਓ ਕਿ ਇਹਨਾਂ ਦੇ ਇੱਕ ਦੂਜੇ ਦੇ ਨਾਲ ਕਾਫੀ ਜ਼ਿਆਦਾ ਸੰਬੰਧ ਹੈਗਾ। ਕਿ ਕਿਡਨੀ ਦੇ ਮਰੀਜ਼ਾਂ ਨੂੰ ਉੱਦਾਂ ਵੀ ਜੋ ਬਿਮਾਰੀ ਹੁੰਦੀ ਹੈ, ਇਹ ਸਿਸਟਮਿਕ ਬਿਮਾਰੀ ਹੁੰਦੀ ਹੈ। ਕਿਡਨੀ ਦੀ ਸਾਰੇ ਸਰੀਰ ਦੇ ਵਿੱਚ ਬਿਮਾਰੀ ਫੈਲ ਜਾਂਦੀ ਹੈ, ਕਿਉਂਕਿ ਕਿਡਨੀ ਦੇ ਅੰਦਰ ਜੋ ਟੌਕਸਿਨਸ ਨਿਕਲਦੇ ਪਿਸ਼ਾਬ ਦੇ ਵਿੱਚ, ਉਹ ਨਿਕਲ ਨਹੀਂ ਪਾਉਂਦੇ। ਉਹ ਪਿਸ਼ਾਬ ਦੇ ਵਿੱਚ ਟੌਕਸਿਨਸ ਨਿਕਲ ਨਹੀਂ ਪਾਉਂਦੇ, ਤਾਂ ਉਹ ਬਲੱਡ ਦੇ ਵਿੱਚ ਵੱਧ ਜਾਂਦੇ। ਇਹ ਟੌਕਸਿਨ ਦਾ ਲੈਵਲ ਕੀ ਕਰਦਾ ਹੈ, ਸਾਡੀ ਬੋਡੀ ਦੀ ਇਮਿਊਨਿਟੀ ਘਟਾ ਦਿੰਦਾ ਹੈ ਜੀ। ਤੇ ਬੋਡੀ ਦੀ ਇਮਿਊਨਿਟੀ ਘਟ ਜਾਂਦੀ ਹੈ ਤਾਂ ਕੋਈ ਵੀ ਇਨਫੈਕਸ਼ਨ ਛੇਤੀ ਕੈਚ ਕਰਦਾ ਹੈ। ਹਾਂ, ਤਾਂ ਹੀ ਆਪਾਂ ਕਹਿੰਦੇ ਬਾਰ-ਬਾਰ ਕਿ ਜਿਹਨੂੰ ਗੁਰਦੇ ਦੀ ਤਕਲੀਫ ਹੈ, ਉਹਦੀ ਬੋਡੀ ਦੀ ਇਮਿਊਨਿਟੀ ਘਟੀ ਹੁੰਦੀ ਹੈ। ਯੈਸ, ਤਾਂ ਉਹਦੇ ਕਰਕੇ ਇਮਿਊਨਿਟੀ ਜਦੋਂ ਘਟ ਜਾਂਦੀ ਹੈ ਤਾਂ ਕੋਈ ਵੀ ਇਨਫੈਕਸ਼ਨ ਕੈਚ ਕਰਦਾ ਹੈ। ਤੇ ਇਸ ਵੇਲੇ ਇਸ ਦੌਰਾਨ ਜਦੋਂ ਕੋਰੋਨਾ ਬਹੁਤ ਜ਼ਿਆਦਾ ਫੈਲਾ ਹੋਇਆ ਸੋਸਾਇਟੀ ਦੇ ਵਿੱਚ, ਆਪਣੀ ਪੂਰੇ ਵਰਲਡ ਦੇ ਵਿੱਚ ਫੈਲਾ, ਤਾਂ ਉਹ ਕੋਰੋਨਾ ਦਾ ਵੀ ਇਫੈਕਟ ਤੇ ਰਿਸਕ ਕਿਡਨੀ ਦੇ ਮਰੀਜ਼ ਨੂੰ ਕਈ ਗੁਣਾ ਵੱਧ ਜਾਂਦਾ ਜੀ। ਤੇ ਇਸ ਤਰ੍ਹਾਂ ਕਿਡਨੀ ਦੇ ਮਰੀਜ਼ਾਂ ਨੂੰ ਸਪੈਸ਼ਲੀ ਆਮ ਬੰਦੇ ਤੋਂ ਵੱਧ
ਉਹਨਾਂ ਨੂੰ ਖਿਆਲ ਰੱਖਣਾ ਪੈਂਦਾ ਹੈ ਕਿ ਆਪਣੀ ਕਿਡਨੀ ਦੇ ਮਰੀਜ਼ਾਂ ਨੂੰ ਡਬਲ ਮਾਸਕ ਲਗਾਏ, ਇੱਕ ਮਾਸਕ ਦੇ ਨਾਲ ਕੰਮ ਨਹੀਂ ਚੱਲਦਾ, ਡਬਲ ਮਾਸਕ ਲਗਾਏ ਤੇ ਸੋਸ਼ਲ ਡਿਸਟੈਂਸਿੰਗ ਰੱਖੇ ਤੇ ਆਪਣਾ ਵੈਕਸੀਨੇਸ਼ਨ ਪੂਰਾ ਕਰੇ। ਤੇ ਇਹ ਚੀਜ਼ਾਂ ਨੂੰ ਖਿਆਲ ਰੱਖਣਾ ਬਹੁਤ ਜ਼ਰੂਰੀ, ਨਹੀਂ ਤਾਂ ਇਨਫੈਕਸ਼ਨ ਇੱਕ ਵਾਰੀ ਕਿਡਨੀ ਦੇ ਮਰੀਜ਼ਾਂ ਨੂੰ ਕੋਰੋਨਾ ਦਾ ਇਨਫੈਕਸ਼ਨ ਹੋ ਜਾਂਦਾ, ਉਹ ਕਾਫੀ ਮੁਸ਼ਕਿਲ ਹੁੰਦਾ, ਟ੍ਰੀਟਮੈਂਟ ਵੀ ਮੁਸ਼ਕਿਲ ਹੁੰਦਾ ਤੇ ਉਹਨਾਂ ਨੂੰ ਰਿਸਕ ਵੀ ਵੱਧ ਜਾਂਦੀ। ਹਾਂਜੀ, ਇੱਕ ਡਾਕਟਰ ਸਾਹਿਬ ਪੁੱਛਣਾ ਚਾਹੂੰਗਾ, ਜਿੱਦਾਂ ਕੁਝ ਮਰੀਜ਼ ਐਸੇ ਹੁੰਦੇ ਜਿਹੜੇ ਗੁਰਦੇ ਦੀ, ਜਿੱਦਾਂ ਆਪਾਂ ਐਕਿਊਟ ਰੀਨਲ ਫੇਲੀਅਰ ਜਾਂ ਕ੍ਰੋਨਿਕ ਕਹਿੰਦੇ, ਜੇ ਕੁਝ ਤਾਂ ਕ੍ਰੋਨਿਕ ਹੁੰਦੇ, ਕੁਝ ਐਕਿਊਟ ਹੁੰਦੇ, ਕੁਝ ਠੀਕ ਹੋਣ ਵਾਲੇ ਵੀ ਹੁੰਦੇ ਹੈ, ਕਿਹਨਾਂ ਵਿੱਚ ਕਰੋਨਾ ਜ਼ਿਆਦਾ ਖਤਰਨਾਕ ਹੋਣ ਦਾ ਚਾਂਸ ਹੁੰਦਾ? ਕੋਰੋਨਾ ਦੋਨੋਂ ਤਰ੍ਹਾਂ ਦੇ ਮਰੀਜ਼ਾਂ ਨੂੰ, ਕਿਡਨੀ ਦੀ ਜਦੋਂ ਇੱਕ ਅਕਿਊਟ ਕਿਡਨੀ ਫੇਲੀਅਰ ਹੁੰਦਾ ਹੈ ਉਹਦੇ ਵਿੱਚ ਵੀ ਕੋਈ ਕੋਰੋਨਾ ਦਾ ਇਫੈਕਟ ਆ ਜਾਏ ਜਾਂ ਕੋਰੋਨਾ ਕਰਕੇ ਇਫੈਕਟ ਅਕਿਊਟ ਕਿਡਨੀ ਫੇਲੀਅਰ ਹੋ ਜਾਏ, ਉਹ ਦੋਨਾਂ ਦਾ ਰਿਸਕ ਹੀ ਵੱਧ ਜਾਂਦਾ ਹੈ। ਤੇ ਕ੍ਰੋਨਿਕ ਕਿਡਨੀ ਫੇਲੀਅਰ ਦੇ ਵਿੱਚ ਰਿਸਕ ਥੋੜਾ ਸਾ ਜ਼ਿਆਦਾ ਇਸ ਕਰਕੇ ਹੁੰਦਾ ਹੈ ਕਿ ਉਹ ਇਮਿਊਨਿਟੀ ਉਹਨਾਂ ਦੀ ਲੰਬੇ ਟਾਈਮ ਤੋਂ ਲੰਬੇ ਟਾਈਮ ਤੋਂ ਉਹਨਾਂ ਦੀ ਇਮਿਊਨਿਟੀ ਘੱਟ ਸੀਗੀ। ਅਕਿਊਟ ਕਿਡਨੀ ਫੇਲੀਅਰ ਦੇ ਵਿੱਚ ਇਮਿਊਨਿਟੀ ਘੱਟ ਹੁੰਦੀ ਹੈ, ਉਹ ਥੋੜੇ ਟਾਈਮ ਦੇ ਲਈ ਹੁੰਦੀ ਹੈ ਜਾਂ ਉਸ ਡਿਊਰਿੰਗ ਦੀ ਇਲਨੈਸ ਹੁੰਦੀ ਹੈ, ਜਿਸ ਟਾਈਮ ਤੇ ਉਹਨਾਂ ਨੂੰ ਅਕਿਊਟ ਕਿਡਨੀ ਫੇਲੀਅਰ ਹੋਇਆ ਉਸ ਟਾਈਮ ਦੀ ਉਸੇ ਟਾਈਮ ਦੇ ਦੌਰਾਨ ਹੀ ਇਮਿਊਨਿਟੀ ਘਟਦੀ ਹੈ, ਉਨੀ ਇਮਿਊਨਿਟੀ ਨਹੀਂ ਘਟਦੀ ਜਿੰਨੀ ਦੀ ਕ੍ਰੋਨਿਕ ਕਿਡਨੀ ਫੇਲੀਅਰ ਜਾਂ ਕ੍ਰੋਨਿਕ ਕਿਡਨੀ ਡਿਜ਼ੀਜ਼ ਦੇ ਵਿੱਚ ਹੁੰਦੀ ਹੈ। ਜੀ, ਆਪਾਂ ਡਾਕਟਰ ਗੱਲਬਾਤ ਜਾਰੀ, ਸਾਡੇ ਕਾਲਰ ਜੁੜੇ ਹਨ। ਹੈਲੋ ਹਾਂ ਜਗਦੀਸ਼ ਰਾਏ ਜੀ, ਤੁਹਾਡਾ ਬਹੁਤ ਬਹੁਤ ਸਵਾਗਤ, ਆਪਣਾ ਸਵਾਲ ਕਰੋ। ਇਹ ਹੈ ਵੀ ਜਿਹੜਾ ਹੁਣ ਵਿਸ਼ਾ ਤੁਸੀਂ ਲਿਆ ਬਹੁਤ ਵਧੀਆ। ਹਾਂਜੀ, ਕਰੋਨਾ ਦਾ ਤਾਂ ਹੁਣ ਇਸ ਵੇਲੇ ਇਹਨਾਂ ਲੋਕਾਂ ਨੂੰ ਵਹਿਮ ਪਿਆ, ਪਿਸ਼ਾਬ ਜ਼ਿਆਦਾ ਆ ਗਿਆ ਤਾਂ ਵੀ ਕਰੋਨਾ, ਜੇ ਛੇਕ ਆ ਗਏ ਤਾਂ ਵੀ ਕਰੋਨਾ, ਜ਼ੁਕਾਮ ਹੋ ਗਿਆ ਤਾਂ ਵੀ ਕਰੋਨਾ, ਮਾੜੀ ਮਾੜੀ ਗੱਲ ਤੇ ਨਾ ਇੰਨਾ ਸਾਰਾ ਦਿਨ ਕਰੋਨਾ ਦੇ ਪ੍ਰੋਗਰਾਮ ਚੱਲ ਰਿਹਾ ਤੇ ਲੋਕਾਂ ਨੂੰ ਇੰਨਾ ਵਹਿਮ ਪੈ ਗਿਆ। ਜੇ ਹੁਣ ਪਿਸ਼ਾਬ ਦਾ ਕੋਈ ਨੁਕਸਾ ਹੈਗਾ ਉਹਨੂੰ ਕਿਵੇਂ ਪਤਾ ਲੱਗੂਗਾ ਮੈਨੂੰ ਕਰੋਨਾ ਦਾ ਇਨਫੈਕਸ਼ਨ ਹੈ, ਕੋਈ ਕ੍ਰੈਟੀਨਾ ਵੱਧ ਗਿਆ ਜਾਂ ਯੂਰਿਕ ਐਸਿਡ ਵੱਧ ਗਿਆ ਜਾਂ ਕੋਲੇਸਟ੍ਰੋਲ ਵੱਧ ਗਿਆ? ਸਾਨੂੰ ਨਿਸ਼ਾਨੀਆਂ ਦੱਸੋ ਵੀ ਕਰੋਨਾ ਦਾ ਪਿਸ਼ਾਬ ਦੇ ਅੰਗਾਂ ਉੱਤੇ ਜਾਂ ਗੁਰਦਿਆਂ ਦੇ ਅਸਰ ਹੋਇਆ ਤਾਂ ਉਹਦੀ ਕੀ ਨਿਸ਼ਾਨੀਆਂ ਹੋਣਗੀਆਂ? ਮਿਹਰਬਾਨੀ ਜੀ। ਬਹੁਤ ਸੋਹਣਾ ਸਵਾਲ ਕੀਤਾ ਇਹਨਾਂ ਨੇ। ਆਪਾਂ ਡਾਕਟਰ ਸਾਹਿਬ ਪਹਿਲਾਂ ਜ਼ਿਕਰ ਕਰ ਦਿੰਦੇ ਵੀ ਆਪਾਂ ਜਿਹੜਾ ਕਰੋਨਾ ਦੇ ਵੈਸੇ ਲੱਛਣ ਕੀ ਹੁੰਦੇ, ਜਿਹੜੇ ਸਭ ਤੋਂ ਕਾਮਨ ਲੱਛਣ ਹੁੰਦੇ ਆ ਕਰੋਨਾ ਦੇ ਕੀ ਹੁੰਦੇ ਆ? ਕੋਰੋਨਾ ਦੇ ਲੱਛਣ ਕਈ ਵਾਰੀ ਪੇਸ਼ੈਂਟ ਨੂੰ ਪਤਾ ਹੀ ਨਹੀਂ ਹੁੰਦਾ। ਜੀ ਜੀ, ਮੈਜੋਰਿਟੀ ਪੇਸ਼ੈਂਟ ਹੁੰਦੇ ਜਿਨ੍ਹਾਂ ਨੂੰ ਕੋਰੋਨਾ ਦਾ ਪਤਾ ਹੀ ਨਹੀਂ ਹੁੰਦਾ ਕਿ ਉਹਨਾਂ ਨੂੰ ਕੋਰੋਨਾ ਹੈ। ਜੋ ਅਸੀਂ ਟੈਸਟ ਕਰਾਉਂਦੇ ਬਾਈ ਚਾਂਸ ਉਹਨਾਂ ਨੇ ਰਸਤੇ 'ਤੇ ਗਿਆ, ਪੁਲਿਸ ਨੇ ਜਾਂ ਕਿਸੇ ਨੂੰ ਲੈਬ ਦੇ ਵਿੱਚ ਜਾਂ ਬਾਈ ਚਾਂਸ ਉਹਨਾਂ ਨੇ ਟਰੈਵਲ ਕਰਨਾ ਹੈ, ਆਊਟ ਆਫ ਸਟੇਟ ਆਊਟ ਆਫ ਸਿਟੀ ਜਾਣਾ ਜਾਂ ਕੋਈ ਹੋਰ ਫੰਕਸ਼ਨ ਦੇ ਵਿੱਚ ਜਾਣਾ, ਕਿਸੇ ਪਰਪਸ ਦੇ ਲਈ ਹਸਪੀਟਲ ਜਾਂਦਾ ਜਾਂ ਕੋਈ ਹੋਰ ਪਰਪਸ ਦੇ ਨਾਲ ਉਹਨਾਂ ਟੈਸਟ ਕਰਾਉਂਦਾ ਰੂਟੀਨਲੀ, ਤੇ ਉਹਦੇ ਵਿੱਚ ਟੈਸਟ ਕਈ ਵਾਰ ਪੋਜ਼ਿਟਿਵ ਆ ਜਾਂਦਾ ਹੈ। ਉਹਨਾਂ ਨੂੰ ਕਹਿੰਦੇ ਏਸਿਮਟੋਮੈਟਿਕ ਕੋਰੋਨਾ ਡਿਜ਼ੀਜ਼ ਜਾਂ ਕੋਵਿਡ। ਉਹ ਏਸਿਮਟੋਮੈਟਿਕ ਮਤਲਬ ਉਹਨਾਂ ਦੇ ਪੇਸ਼ੈਂਟ ਨੂੰ ਕੋਈ ਸਿੰਪਟਮ ਜਾਂ ਕੋਈ ਉਹਨਾਂ ਦੀ ਤਕਲੀਫ ਨਹੀਂ ਹੈ ਸਰੀਰ ਦੇ ਵਿੱਚ, ਨਾ ਬੁਖਾਰ ਹੈ, ਨਾ ਖਾਂਸੀ ਹੈ, ਨਾ ਸਾਹ ਦੀ ਤਕਲੀਫ ਹੈ, ਨਾ ਦਰਦ ਹੈ, ਨਾ ਕੋਈ ਸੂਜਨ ਹੈ, ਨਾ ਪਿਸ਼ਾਬ ਦੀ ਤਕਲੀਫ ਹੈ। ਦੂਜੀ ਗੱਲ ਜੋ ਤੁਸੀਂ ਕਹੀ ਹੈ ਕਿ ਪਿਸ਼ਾਬ ਦਾ ਘਟਣਾ ਤੇ ਵਧਣਾ, ਕੋਰੋਨਾ ਦਾ ਪਿਸ਼ਾਬ ਦਾ ਘਟਣਾ ਵਧਣਾ ਨਹੀਂ ਕਰਦਾ ਹੈ। ਇਹ ਕਿਡਨੀ ਦੇ ਉੱਪਰ ਜਦੋਂ ਅਸਰ ਆਉਂਦਾ ਹੈ ਤਾਂ ਹੀ ਕਿਡਨੀ ਦੇ ਉੱਪਰ ਹੀ ਅਸਰ ਆਉਣ ਤੋਂ ਬਾਅਦ ਹੀ ਵਧਣਾ ਘਟਣਾ ਹੋ ਸਕਦਾ ਹੈ। ਕੋਰੋਨਾ ਇਟਸੈਲਫ ਪਿਸ਼ਾਬ ਦੀ ਮਾਤਰਾ ਦੇ ਉੱਪਰ ਕੋਈ ਅਸਰ ਨਹੀਂ ਕਰਦਾ। ਇਹਨਾਂ ਦਾ ਵੈਸੇ ਸਵਾਲ ਇੱਕ ਬੜਾ ਅੱਛਾ ਸੀਗਾ। ਸਵਾਲ ਦਾ ਪਰਪਸ ਮੈਨੂੰ ਲੱਗਦਾ ਇਹ ਸੀਗਾ ਮੇਨ ਕਿ ਜੇ ਪੇਸ਼ੈਂਟ ਨੂੰ ਕਰੋਨਾ ਹੋ ਜਾਏ, ਕਿਡਨੀ ਡਿਜ਼ੀਜ਼ ਵੀ ਹੈ, ਕੀ ਲੱਛਣਾਂ ਵਿੱਚ ਫਰਕ ਆ ਜਾਂਦਾ? ਲੱਛਣਾਂ ਦੇ ਵਿੱਚ ਲੱਛਣਾਂ ਦੇ ਵਿੱਚ ਫਰਕ ਇਹ ਆਉਂਦਾ ਹੈ ਕਿ ਅਸੀਂ ਇਹ ਗੱਲ ਕਰਦੇ ਸੀਗੇ ਕਿ ਕਿਡਨੀ ਦੇ ਮਰੀਜ਼ਾਂ ਦੀ ਇਮਿਊਨਿਟੀ ਘੱਟ ਹੁੰਦੀ ਹੈ। ਜਦੋਂ ਇਮਿਊਨਿਟੀ ਘੱਟ ਹੁੰਦੀ ਹੈ ਤਾਂ ਸਿੰਪਟਮ ਵੀ ਘੱਟ ਹੁੰਦੇ ਤੇ ਉਹਨਾਂ ਨੂੰ ਪ੍ਰੋਗਰੈਸ ਬਿਮਾਰੀ ਬਹੁਤ ਛੇਤੀ ਹੁੰਦੀ ਆਂਦਾ, ਉਹ ਸਿੰਪਟਮਸ ਇਮਿਊਨਿਟੀ ਘੱਟ ਕਰਕੇ ਸਿੰਪਟਮ ਥੋੜੇ ਲੇਟ ਆਉਂਦੇ। ਤਾਂ ਇਸ ਤਰ੍ਹਾਂ ਇਹ ਪੇਸ਼ੈਂਟ ਨੂੰ ਬੜਾ ਖਿਆਲ ਰੱਖਣਾ ਪੈਂਦਾ ਹੈ, ਕਿਡਨੀ ਦੇ ਮਰੀਜ਼ਾਂ ਨੂੰ ਆਪਣੀ ਸਿਹਤ ਦਾ ਖਿਆਲ ਰੱਖਣਾ ਪੈਂਦਾ ਤੇ ਇਹਨਾਂ ਨੂੰ ਸਿੰਪਟਮ ਮਾੜੇ ਵੀ ਸਿੰਪਟਮ ਹੋਏ, ਸਾਹ ਦੀ ਤਕਲੀਫ ਹੋਏ, ਖੰਘ ਹੋਏ, ਗਲੇ ਦੀ ਖਰਾਸ਼ ਹੋਏ, ਟੇਸਟ ਦਾ ਜਾਂ ਸਮੈਲ ਦਾ ਚੇਂਜ ਹੋ ਜਾਏ, ਜਾਂ ਫਿਰ ਉਹਨਾਂ ਨੂੰ ਕਹਿ ਲਓ ਕਿ ਬੁਖਾਰ ਆਏ, ਕਮਜ਼ੋਰੀ ਆ ਜਾਏ, ਸਾਹ ਦੀ ਤਕਲੀਫ ਹੋ ਜਾਏ, ਇਸ ਤਰ੍ਹਾਂ ਬਿਮਾਰੀ, ਉਹਨਾਂ ਨੂੰ ਜ਼ਰੂਰ ਕੋਰੋਨਾ ਦਾ ਟੈਸਟ ਕਰਾ ਕੇ ਜੋ ਸਿੰਪਟਮ ਹੈਗਾ ਆਪਣੀ ਸੈਚੂਰੇਸ਼ਨ ਚੈੱਕ ਕਰਕੇ ਆਪਣਾ ਟ੍ਰੀਟਮੈਂਟ ਤੇ ਆਪਣੇ ਡਾਕਟਰ ਦੀ ਸਲਾਹ ਲੈ ਕੇ ਆਪਣੇ ਨੇੜੇ ਜਿਹਨੇ ਫਿਜ਼ੀਸ਼ੀਅਨ ਜਾਂ ਚੈਸਟ ਫਿਜ਼ੀਸ਼ੀਅਨ ਜਾਂ ਆਪਣੇ ਕਿਡਨੀ ਕੋਈ ਵੀ ਡਾਕਟਰ ਕਿਡਨੀ ਦੇ ਉਹਨਾਂ ਨੂੰ ਜਾ ਕੇ ਚੈੱਕ ਕਰਾ ਕੇ ਆਪਣੇ ਇਲਾਜ ਤੁਰੰਤ ਕਰਾਉਣਾ ਚਾਹੀਦਾ। ਹਾਂਜੀ, ਨਾਲੇ ਮੈਂ ਇੱਥੇ ਦੱਸਣਾ ਚਾਹੂੰਗਾ ਕਿ ਜਿਹੜਾ ਡਰਨ ਦੀ ਬਜਾਏ ਤੁਸੀਂ ਜਾਓ ਟੈਸਟ ਕਰਾਓ। ਸਰਕਾਰ ਦੇ ਮਹਿਕਮੇ ਟੈਸਟ ਫ੍ਰੀ ਹੈ, ਤੁਸੀਂ ਟੈਸਟ ਕਰਾਓਗੇ ਤੁਹਾਨੂੰ ਪਤਾ ਲੱਗ ਜਾਏਗਾ ਤੁਹਾਨੂੰ ਕਰੋਨਾ ਹੈ ਕਿ ਨਹੀਂ ਹੈ। ਕੋਈ ਇੰਨਾ ਮੁਸ਼ਕਿਲ ਨਹੀਂ ਹੈ, ਸਿੰਪਲ ਜਿਹਾ ਟੈਸਟ ਹੈ ਔਰ ਫ੍ਰੀ ਹੁੰਦਾ ਪਿਆ ਗਵਰਨਮੈਂਟ ਦੇ। ਦੂਜੀ ਇੱਕ ਗੱਲ ਹੋਰ ਮੈਂ ਕਹਿਣਾ ਚਾਹੁੰਦਾ ਕਿ ਕਈ ਵਾਰੀ ਹੁੰਦਾ ਸ਼ੁਰੂਆਤ ਦੇ ਵਿੱਚ ਜਦੋਂ ਪੇਸ਼ੈਂਟ ਨੂੰ ਪ੍ਰੋਬਲਮ ਆਉਂਦੀ ਹੈ, ਮੇਜੋਰਿਟੀ ਪੇਸ਼ੈਂਟ ਉਹ ਤਾਂ ਹੀ ਪ੍ਰੋਬਲਮ ਆਉਂਦੀ ਹੈ ਜਦੋਂ ਪੇਸ਼ੈਂਟ ਸਮਝਦਾ ਮੈਂ ਤਾਂ ਠੀਕ ਹਾਂ, ਮੈਨੂੰ ਤਾਂ ਕੋਈ ਪ੍ਰੋਬਲਮ ਹੀ ਨਹੀਂ ਹੈ, ਤਾਂ ਮੈਂ ਕਿਉਂ ਇਲਾਜ ਕਰਾਵਾਂ ਕਿ ਕਿਉਂ ਮੈਂ ਇਹਨਾਂ ਦਾ ਟ੍ਰੀਟਮੈਂਟ ਲਵਾਂ। ਤਾਂ ਕਈ ਵਾਰ ਹੁੰਦਾ ਕੀ ਹੈ ਕਿ ਕੋਰੋਨਾ 5-7 ਦਿਨ ਹਫਤੇ ਭਰ ਤੱਕ ਕੋਈ ਤਕਲੀਫ ਨਹੀਂ ਦਿੰਦਾ ਹੈ, ਹਫਤੇ ਤੋਂ ਬਾਅਦ ਇਹਨਾਂ ਦੇ ਸਿੰਪਟਮਸ ਆਉਂਦੇ ਹਨ। ਤਾਂ ਉਸ ਚੀਜ਼ ਨੂੰ ਰੋਕਣੇ ਦੇ ਲਈ ਉਹਨਾਂ ਦੀ ਸੀਵੀਅਰਿਟੀ ਨਾ ਵੱਧ ਜਾਏ, ਉਹਨਾਂ ਨੂੰ ਰੋਕਣੇ ਦੇ ਲਈ ਸਾਨੂੰ ਕਰਨਾ ਪੈਂਦਾ ਹੈ ਕਿ ਉਹਨਾਂ ਦਾ ਇਲਾਜ ਸ਼ੁਰੂ ਕਰ ਦਈਏ ਛੇਤੀ ਤੇ ਉਹਨਾਂ ਨੂੰ ਆਈਸੋਲੇਟ ਕਰਕੇ ਜਾਂ ਆਕਸੀਜਨ ਦੀ ਜਾਂ ਜੋ ਵੀ ਲੋੜ ਹੈ ਉਹਨਾਂ ਦਾ ਟ੍ਰੀਟਮੈਂਟ ਪ੍ਰੋਪਰ ਕੀਤਾ ਜਾਏ ਤੇ ਕੋਰੋਨਾ ਦਾ ਬਚਾਅ ਹੋ ਸਕਦਾ ਹੈ। 95-98% ਤੱਕ ਮਰੀਜ਼ ਬਿਲਕੁਲ ਠੀਕ ਹੋ ਜਾਂਦੇ। ਹਾਂਜੀ ਡਾਕਟਰ ਸਾਹਿਬ ਆਪਾਂ ਗੱਲਬਾਤ ਚੱਲ ਰਹੀ, ਸਾਡੇ ਇੱਕ ਹੋਰ ਕਾਲਰ ਜੁੜੇ ਹਨ। ਹੈਲੋ ਡਾਕਟਰ ਬੱਲਾ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਹਾਂ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਤੁਹਾਡੀ ਮਿਹਰਬਾਨੀ ਆ ਡਾਕਟਰ ਸਾਹਿਬ। ਇਦਾਂ ਮਹਿਸੂਸ ਹੁੰਦਾ ਹਾਂਜੀ ਜਿੱਦਾਂ ਨਾ ਗੁਰਦੇ ਦੇ ਸਾਰੇ ਦੁਸ਼ਮਣ ਹੀ ਆ। ਹਾਂਜੀ, ਜਿਹੜੀ
ਆ ਇਹ ਕਿਡਨੀ ਸਾਡੀ ਆ ਗਈ ਆ, ਇਹਨੂੰ ਸ਼ੂਗਰ ਵੀ ਪੈਂਦੀ ਆ, ਬਲੱਡ ਪ੍ਰੈਸ਼ਰ ਵੀ ਪੈਂਦਾ, ਕਰੋਨਾ ਵੀ ਪੈਂਦਾ, ਖਾਣਾ ਪੀਣਾ ਵੀ ਪੈਂਦਾ ਹੈਗਾ। ਹਾਂਜੀ ਹਾਂਜੀ ਇਹ ਬਾਜੂਗਾ ਜ਼ਿਆਦਾ ਰਹੂਗਾ ਗੁਰਦਾ ਸਾਡਾ, ਬਹੁਤ ਡਰ ਲੱਗਦਾ। ਮੈਂ ਡਾਕਟਰ ਸਾਹਿਬ ਨੂੰ ਪੁੱਛਦਾ, ਡਾਕਟਰ ਸਾਹਿਬ ਹਾਂਜੀ ਹਾਂਜੀ ਸਾਡੀ ਖੁਰਾਕ ਕਿੱਦਾਂ ਦੀ ਹੋਵੇ ਜਿਹੜੇ ਗੁਰਦੇ ਨੂੰ ਮਜ਼ਬੂਤ ਕਰੇ ਤੇ ਸਾਡਾ ਮਨੋਬਲ ਨੂੰ ਤਗੜਾ ਰੱਖੇ। ਠੀਕ ਹੈ ਠੀਕ ਹੈ। ਜੇ ਸਾਡੀ ਬੈਲ ਪਾਵਰ ਘਟਦੀ ਆ ਤੇ ਫਿਰ ਕਰੋਨਾ ਸਾਨੂੰ ਪੈਂਦਾ। ਇਹ ਤੋਂ ਬਚਣ ਵਾਸਤੇ ਸਾਡੀ ਖੁਰਾਕ ਕਿੱਦਾਂ ਦੀ ਹੋਵੇ, ਠੀਕ ਹੈ, ਅਸੀਂ ਤਗੜੇ ਰਹੀਏ, ਸਾਡਾ ਮਨੋਬਲ ਕਾਇਮ ਰਹੇ। ਮਿਹਰਬਾਨੀ। ਠੀਕ ਹੈ ਜੀ, ਹੰਸਰਾਜ ਦੇ ਸਵਾਲ ਦਾ ਆਪਾਂ ਪਹਿਲਾਂ ਹੀ ਸਵਾਲ ਦੇ ਪਹਿਲਾਂ ਜਵਾਬ ਦੇਣਾ। ਹਾਂਜੀ, ਸਵਾਲ ਦੇ ਦੋ ਪਾਰਟ ਹੈਗੇ ਇਹਨਾਂ ਦੇ। ਇਹਨਾਂ ਨੂੰ ਪਹਿਲਾਂ ਕੀਤਾ ਕਿ ਕਿਡਨੀ ਦੇ ਦੁਸ਼ਮਣੀ ਕਿਉਂ ਹੈ ਕਿ ਹਰ ਚੀਜ਼ ਜਾ ਕੇ ਕਿਡਨੀ ਦੇ ਵਿੱਚ ਜਾ ਕੇ ਵੱਜ ਜਾਂਦੀ ਹੈ, ਚਾਹੇ ਉਹ ਸ਼ੂਗਰ ਹੋਏ, ਬਲੱਡ ਪ੍ਰੈਸ਼ਰ ਹੋਏ, ਕੋਈ ਦਵਾਈ ਗਲਤ ਦਵਾਈ ਖਾ ਲੈਂਦੇ, ਕੋਈ ਇਨਫੈਕਸ਼ਨ ਹੋ ਜਾਂਦਾ ਹੈ। ਇਹ ਕੀ ਹੁੰਦਾ ਹੈ ਕਿ ਕਿਡਨੀ ਦਾ ਜੋ ਸਿਸਟਮ ਹੈਗਾ ਉਹ ਕਿਡਨੀ ਨੂੰ 24 ਘੰਟੇ ਕੰਮ ਕਰਨਾ ਪੈਂਦਾ ਹੈ। 24 ਘੰਟੇ ਕਿਡਨੀ ਕੰਮ ਕਰਦੇ ਕਰਦੇ ਹੁੰਦਾ ਕੀ ਹੈ ਕਿ ਕਿਡਨੀ ਨੂੰ ਫਿਲਟਰ ਕਰਨ ਦੇ ਲਈ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਬਲੱਡ ਚਾਹੀਦਾ ਹੁੰਦਾ। ਅਸੀਂ ਸਮਝ ਸਕਦੇ ਹਾਂ ਕਿ ਜਿੰਨਾ ਹਾਰਟ ਪੰਪ ਕਰਦਾ ਹੈ ਉਹਦਾ 20% ਅਕੇਲਾ ਕਿਡਨੀ ਦੇ ਅੰਦਰ ਜਾਂਦਾ ਹੈ। 20% ਕਾਰਡੀਅਕ ਆਊਟਪੁੱਟ ਦਾ 20%, ਇੰਨੀ ਜ਼ਿਆਦਾ, ਬਾਕੀ 80% ਪੂਰੇ ਸਰੀਰ ਦੇ ਵਿੱਚ ਜਾਂਦਾ ਹੈ। ਤੇ ਇੰਨੀ ਜ਼ਿਆਦਾ ਮਾਤਰਾ ਦੇ ਵਿੱਚ ਕਿਡਨੀ ਦੇ ਵਿੱਚ ਬਲੱਡ ਜਾਂਦਾ ਹੈ ਉਹਨਾਂ ਨੂੰ ਫਿਲਟਰ ਕਰਨ ਦੇ ਲਈ। ਤਾਂ ਇਹ ਕਿਡਨੀ ਦੇ ਅੰਦਰ ਇੰਨਾ ਜ਼ਿਆਦਾ ਮਾਤਰਾ ਬਲੱਡ ਦੇ ਵਿੱਚ ਮਾੜੀ ਵੀ ਕੋਈ ਤਕਲੀਫ ਹੋ ਗਈ, ਕੋਈ ਇਨਫੈਕਸ਼ਨ ਹੋ ਗਿਆ, ਜਾਂ ਕੋਈ ਬਲੱਡ ਪ੍ਰੈਸ਼ਰ ਵੱਧ ਗਿਆ, ਜਾਂ ਕੋਲੇਸਟ੍ਰੋਲ ਵੱਧ ਗਿਆ, ਜਾਂ ਸ਼ੂਗਰ ਵੱਧ ਗਈ, ਜਾਂ ਕੋਈ ਦਵਾਈ ਗਲਤ ਚਲੀ ਗਈ, ਜਾਂ ਕਿਸੇ ਵੀ ਮਾਤਰਾ ਦੇ ਵਿੱਚ ਸ਼ੂਗਰ ਬਲੱਡ ਦੇ ਵਿੱਚ ਖਰਾਬੀ ਆ, ਉਹਨਾਂ ਨੇ ਜਾ ਕੇ ਕਿਡਨੀ ਦੇ ਫਿਲਟਰ ਦੇ ਵਿੱਚ ਖਰਾਬੀ ਕਰਨੀ। ਤੇ ਇਸ ਕਰਕੇ ਕਿਡਨੀ ਦਾ ਰਿਸਕ ਰਹਿਣਾ ਹੀ ਹੈ। ਇਹ ਕਿਡਨੀ ਦੀ ਬਿਮਾਰੀ ਸਿਸਟੈਮਿਕ ਬਿਮਾਰੀ ਮੰਨੀ ਜਾਂਦੀ ਕਿਉਂਕਿ ਇਹ ਪੂਰੇ ਬਾਡੀ ਨੂੰ ਕੰਟਰੋਲ ਕਰਦੀ ਹੈ। ਇਹਨਾਂ ਦੇ ਨਾ ਕੇਵਲ ਫਿਲਟਰੇਸ਼ਨ, ਹੋਰ ਵੀ ਕੰਮ ਹੈ। ਇਹਨਾਂ ਨੂੰ ਬਲੱਡ ਪ੍ਰੈਸ਼ਰ ਦਾ ਕੰਟਰੋਲ ਕਰਨਾ, ਵਿਟਾਮਿਨ ਡੀ ਨੂੰ ਸਿੰਥੇਸਾਈਜ਼ ਕਰਨਾ, ਹੱਡੀਆਂ ਨੂੰ ਮਜ਼ਬੂਤ ਕਰਨਾ, ਤੇ ਸ਼ੂਗਰ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨਾ। ਇਸ ਤਰ੍ਹਾਂ ਦੀ ਚੀਜ਼ਾਂ ਇਹ ਕਿਡਨੀਆਂ ਬਹੁਤ ਜ਼ਿਆਦਾ ਕੰਟਰੋਲ ਕਰਦੀ ਹੈ ਤੇ ਕਿਡਨੀ ਦੇ ਉੱਪਰ ਅਸਰ ਵੀ ਇਸੇ ਕਰਕੇ ਬਹੁਤ ਜ਼ਿਆਦਾ ਹੁੰਦਾ ਹੈ। ਤੇ ਦੂਜਾ ਸਵਾਲ ਤੁਹਾਡਾ ਸੀਗਾ ਕਿ ਮਨੋਬਲ ਕਿੱਦਾਂ ਵਧਾਈਏ ਤੇ ਡਾਈਟ ਦਾ ਕੀ ਹਿਸਾਬ ਕਿਤਾਬ ਰੱਖੀਏ। ਤਾਂ ਮੈਂ ਇਹ ਕਹਿਣਾ ਚਾਹੁੰਦਾ ਕਿ ਡਾਈਟ ਤੁਸੀਂ ਵਧੀਆ ਰੱਖੋ। ਵਧੀਆ ਦਾ ਕਹਿਣ ਦਾ ਮਤਲਬ ਸਾਤਵਿਕ ਖਾਣਾ ਜਾਂ ਘਰ ਦਾ ਖਾਣਾ, ਪ੍ਰੋਟੀਨ, ਕਾਰਬੋਹਾਈਡਰੇਟ, ਫੈਟ, ਇਹ ਤੁਹਾਨੂੰ तीनों ਕੰਪੋਨੈਂਟ ਡਾਈਟ ਦੇ ਪ੍ਰੋਪਰ ਮਾਤਰਾ ਦੇ ਵਿੱਚ ਲੈਣਾ ਚਾਹੀਦਾ ਹੈ। ਤੁਹਾਡੀ ਐਕਟੀਵਿਟੀ, ਫਿਜ਼ੀਕਲ ਐਕਟੀਵਿਟੀ ਫਿਟ ਰਹਿਣ ਦੇ ਲਈ ਤੁਹਾਨੂੰ ਐਕਸਰਸਾਈਜ਼ ਜਾਂ ਵਾਕ ਜਾਂ ਕੋਈ ਵੀ ਐਕਟੀਵਿਟੀ ਰੱਖਣੀ ਚਾਹੀਦੀ ਹੈ। ਤੇ ਇਹਨਾਂ ਨੂੰ ਡਾਈਟ ਦੇ ਵਿੱਚ ਪ੍ਰੋਟੀਨਸ ਤੇ ਇਲਾਵਾ ਜੋ ਪ੍ਰੋਟੀਨ ਜੋ ਵੈਜੀਟੇਰੀਅਨ ਹੈ ਤੇ ਦਾਲਾਂ ਦੇ ਵਿੱਚ, ਦਹੀਂ ਦੇ ਵਿੱਚ, ਪਨੀਰ ਦੇ ਵਿੱਚ ਦਾਲਾਂ ਪ੍ਰੋਟੀਨ ਆ ਜਾਂਦਾ ਹੈ। ਪ੍ਰੋਟੀਨ ਬਹੁਤ ਜ਼ਰੂਰੀ ਹੈ। ਜੇ ਨੌਨ ਵੈਜ ਲੈਂਦੇ ਤਾਂ ਚਿਕਨ, ਅੰਡੇ ਵੀ ਲੈ ਸਕਦੇ हैं, ਮੀਟ ਵੀ ਲੈ ਸਕਦੇ हैं। ਤੇ ਤਾਂ ਇਨ ਜਨਰਲ ਡੋਸਾ ਆ ਗਿਆ ਕਿ ਗੁਰਦੇ ਦੇ ਬੰਦੇ ਨੂੰ ਗੁੱਡ ਪ੍ਰੋਟੀਨ ਡਾਈਟ ਵਧੀਆ ਰੱਖੋਗੇ, ਆਪਣੇ ਬੋਡੀ ਦਾ ਰੈਜ਼ਿਸਟੈਂਸ ਵਧੀਆ ਰੱਖੋਗੇ ਤੇ ਤੁਹਾਨੂੰ ਕੋਈ ਇਨਫੈਕਸ਼ਨ, ਕੋਰੋਨਾ ਦਾ ਬਾਪ ਵੀ ਆ ਜਾਏ ਤਾਂ ਤੁਹਾਨੂੰ ਅਸਰ ਨਹੀਂ ਕਰਨਾ। ਤੁਸੀਂ ਆਪਣੀ ਡਾਈਟ ਦਾ ਖਿਆਲ ਰੱਖੋ, ਐਕਸਰਸਾਈਜ਼ ਕਰੋ, ਫਿਟ ਰਹੋ, ਮਾਸਕ ਲਗਾਓ ਤੇ ਡਿਸਟੈਂਸ ਹੀ ਰੱਖੋ, ਤੁਹਾਨੂੰ ਕੋਈ ਤਕਲੀਫ ਨਹੀਂ ਹੋ ਸਕਦੀ। ਹਾਂਜੀ, ਮਤਲਬ ਕਰੋਨਾ ਦਾ ਮਰੀਜ਼ ਵੀ ਚਾਹੇ ਹੁੰਦਾ ਵਾ ਤੇ ਡਾਈਟ ਤਾਂ ਸੇਮ ਰਹਿੰਦੀ ਹੈ, ਜਿਹੜੇ ਬੇਸਿਕ ਮੈਜਰਸ ਆ ਉਹ ਸੇਮ ਰਹਿੰਦੇ ਆ। ਵਿਟਾਮਿਨ ਸੀ, ਫਰੂਟਸ, ਵੈਜੀਟੇਬਲ, ਇਹ ਸਾਰੀ ਚੀਜ਼ਾਂ ਤੁਹਾਨੂੰ, ਇਹ ਨੈਚੁਰਲ ਪ੍ਰੋਡਕਟਸ ਹੈ, ਇਹੀ ਤੁਹਾਨੂੰ ਬਹੁਤ ਜ਼ਿਆਦਾ ਤੁਹਾਨੂੰ ਪ੍ਰੋਟੈਕਟ ਕਰਕੇ ਰੱਖ ਸਕਦੇ ਹੈ। ਤੇ ਇਹ ਜ਼ਰੂਰ ਹੈ ਕਿ ਜੇ ਤੁਸੀਂ ਡਰ ਕਰਕੇ ਕਈ ਵਾਰੀ ਬੰਦਾ ਟੈਸਟ ਨਹੀਂ ਕਰਾਉਂਦਾ, ਇਹ ਵੀ ਨਹੀਂ ਚਾਹੀਦਾ। ਡਰ ਕੇ ਆਗੇ ਜੀਤੇ ਤਾਂ ਹੀ ਤਾਂ ਕਹਿੰਦੇ ਹੁੰਦੇ ਆ। ਤੇ ਟੈਸਟ ਕਰਾਓ, ਤੁਹਾਨੂੰ ਪਤਾ ਲੱਗ ਜਾਏਗਾ ਪ੍ਰੋਬਲਮ ਹੈ ਕਿ ਨਹੀਂ। ਡਾਕਟਰ ਸਾਹਿਬ, ਪਰ ਜਿਹਨੂੰ ਕਰੋਨਾ ਹੋ ਹੀ ਗਿਆ, ਕਿਡਨੀ ਵਾਲੇ ਮਰੀਜ਼ ਨੂੰ ਕਰੋਨਾ ਹੋ ਗਿਆ, ਫਿਰ ਆਪਾਂ ਕੀ ਲੱਛਣ ਆਉਣਗੇ ਉਹਨੂੰ? ਜਿਨ੍ਹਾਂ ਨੂੰ ਕੋਰੋਨਾ ਹੋ ਗਿਆ ਔਰ ਕਿਡਨੀ ਦਾ ਮਰੀਜ਼ ਪਹਿਲਾਂ ਹੀ ਕਿਡਨੀ ਦਾ ਮਰੀਜ਼ ਸੀਗਾ, ਜਿੱਦਾਂ ਅਸੀਂ ਕਿਡਨੀ ਦੇ ਮਰੀਜ਼ ਨੂੰ ਅਸੀਂ 3 ਪਾਰਟ ਦੇ ਵਿੱਚ ਡਿਵਾਈਡ ਕਰ ਸਕਦੇ ਹਾਂ। ਪਹਿਲਾ ਤਰ੍ਹਾਂ ਦੇ ਮਰੀਜ਼ ਹੁੰਦਾ ਜੋ ਜਿਨ੍ਹਾਂ ਨੂੰ ਅਸੀਂ ਸਿਰਫ ਦਵਾਈ ਦੇ ਉੱਪਰ ਕੰਟਰੋਲ ਕੀਤਾ ਹੋਇਆ ਹੈ। ਹਾਂਜੀ। ਤੇ ਦੂਜੇ ਟਾਈਪ ਦੇ ਮਰੀਜ਼ ਹੁੰਦੇ ਜਿਨ੍ਹਾਂ ਨੂੰ ਅਸੀਂ ਡਾਇਲਿਸਿਸ ਦੇ ਉੱਪਰ ਰੱਖਦੇ ਹਾਂ, ਜੋ ਲੌਂਗ ਟਰਮ ਡਾਇਲਿਸਿਸ ਦੇ ਮਰੀਜ਼ ਹੁੰਦੇ ਹਨ। ਤੇ ਤੀਜੇ ਤਰ੍ਹਾਂ ਦੇ ਮਰੀਜ਼ ਹੁੰਦੇ ਜੋ ਟ੍ਰਾਂਸਪਲਾਂਟ ਦੇ ਮਰੀਜ਼ ਹੁੰਦੇ ਜਾਂ ਕਿਡਨੀ ਟ੍ਰਾਂਸਪਲਾਂਟ ਹੋਣ ਤੋਂ ਬਾਅਦ। ਇਹਦੇ ਵਿੱਚ ਸਭ ਤੋਂ ਜ਼ਿਆਦਾ ਰਿਸਕੀ ਜੋ ਹੁੰਦੇ ਪੇਸ਼ੈਂਟ ਉਹ ਹੁੰਦੇ ਟ੍ਰਾਂਸਪਲਾਂਟ ਵਾਲੇ। ਕਿਉਂਕਿ ਉਹਨਾਂ ਨੂੰ ਕਿਡਨੀ ਦੀ ਬਿਮਾਰੀ ਦੀ ਵੀ ਇਮਿਊਨਿਟੀ ਘਟ ਜਾਂਦੀ ਹੈ ਤੇ ਕੁਝ ਦਵਾਈਆਂ ਕਿਡਨੀ ਨੂੰ ਚਲਾਉਣ ਦੇ ਲਈ, ਨਵੀਂ ਕਿਡਨੀ ਲਗਾਈ ਹੈ ਉਹ ਚਲਾਉਣ ਦੇ ਲਈ ਜੋ ਅਸੀਂ ਦਵਾਈਆਂ ਦਿੰਦੇ ਇਮਿਊਨੋ ਸਪਰੈਸੈਂਟ, ਉਹਨਾਂ ਲਈ ਤਾਂ ਖਾਸ ਧਿਆਨ ਰੱਖਣਾ, ਉਹਨਾਂ ਨੂੰ ਬਹੁਤ ਜ਼ਿਆਦਾ ਖਿਆਲ ਰੱਖਣਾ ਪੈਂਦਾ। ਜਿਹਦੀ ਗੁਰਦਾ ਬਦਲਿਆ ਹੋਇਆ ਵਾ, ਜਿਨ੍ਹਾਂ ਦਾ ਨਵਾਂ ਗੁਰਦਾ ਅਸੀਂ ਪਾਇਆ ਹੋਇਆ ਹੈ, ਉਹਨਾਂ ਨੂੰ ਕੁਝ ਦਵਾਈਆਂ ਸਾਨੂੰ ਇਦਾਂ ਦੇਣੀ ਪੈਂਦੀ ਹੈ ਉਹ ਨਵਾਂ ਗੁਰਦਾ ਚਲਾਉਣ ਦੇ ਲਈ, ਉਹ ਇਮਿਊਨਿਟੀ ਘਟਾ ਦਿੰਦੀ ਫਰਦਰ। ਉਹ ਉਹਨਾਂ ਨੂੰ ਕਿਡਨੀ ਚਲਾਉਣ ਦੇ ਲਈ ਜੋ ਇਮਿਊਨਿਟੀ ਪਹਿਲਾਂ ਘਟ ਸੀਗੀ, ਦਵਾਈਆਂ ਹੋਰ ਦਿੱਤੀ, ਉਹਨਾਂ ਨੂੰ ਅਦਰ ਇਨਫੈਕਸ਼ਨ, ਕੋਰੋਨਾ ਦੇ ਇਲਾਵਾ ਵੀ ਦੂਜੀ ਇਨਫੈਕਸ਼ਨ ਹੁੰਦੀ, ਬਹੁਤ ਜ਼ਿਆਦਾ ਰਿਸਕ ਰਹਿੰਦੀ ਹੈ। ਉਹਨਾਂ ਨੂੰ ਅਸੀਂ ਬਹੁਤ ਖਿਆਲ ਕਹਿੰਦੇ, ਬਿਲਕੁਲ ਤੁਸੀਂ ਕਮਰੇ ਤੇ 3 ਮਹੀਨੇ ਤੋਂ ਬਹੁਤ ਜ਼ਿਆਦਾ ਰਿਸਕ ਰਹਿੰਦਾ ਹੈ, ਸ਼ੁਰੂਆਤ ਦੇ 3 ਮਹੀਨੇ। ਉਸ ਤੋਂ ਬਾਅਦ ਹੌਲੀ ਆਈਸੋਲੇਸ਼ਨ ਤੇ ਰਹਿਣਾ ਚਾਹੀਦਾ ਹੈ ਤੇ ਬਹੁਤ ਮਿਨੀਮਮ ਐਕਸਪੋਜ਼ਰ ਹੋਣਾ ਚਾਹੀਦਾ ਹੈ। ਤੇ ਜੋ ਡਾਇਲਿਸਿਸ ਦੇ ਮਰੀਜ਼ ਹੈ ਉਹਨਾਂ ਨੂੰ ਹਫਤੇ 'ਚ 2 ਜਾਂ 3 ਵਾਰੀ ਹਸਪਤਾਲ ਆ ਕੇ ਡਾਇਲਿਸਿਸ ਕਰਾਉਣੀ ਪੈਂਦੀ ਹੈ। ਉਨ ਪੇਸ਼ੈਂਟਸ ਨੂੰ ਵੀ ਅਸੀਂ ਕਹਿੰਦੇ ਹਾਂ ਕਿ ਤੁਸੀਂ ਆਪਣੇ ਰਸਤੇ ਦੇ ਵਿੱਚ ਆਉਣ ਜਾਣ ਦੇ ਲਈ ਆਪਣੀ ਗੱਡੀ 'ਚ ਆਓ ਤਾਂ ਸ਼ੀਸ਼ਾ ਚੜਾ ਕੇ ਆਓ। ਬੱਸ ਤੇ ਸਫ਼ਰ ਨਾ ਕਰੋ ਜਾਂ ਕਿਸੇ ਨੂੰ ਮਿਲਣੇ ਦਾ ਕੋਈ ਮਤਲਬ ਕੋਈ ਕੰਟੈਕਟ ਨਾ ਹੋਏ, ਸੋਸ਼ਲ ਡਿਸਟੈਂਸਿੰਗ ਪੂਰੀ ਰੱਖੋ, ਰਸਤੇ ਦੇ ਵਿੱਚ ਵੀ ਆਪਣਾ ਖਿਆਲ ਰੱਖੋ ਤੇ ਆਪਣਾ
ਟੀਕਾ ਜ਼ਰੂਰ ਲਓ ਜੀ ਔਰ ਇਹਦੇ ਨਾਲ ਪ੍ਰੋਟੈਕਸ਼ਨ ਵੀ ਰੱਖੋ ਤੇ ਇਹਨਾਂ ਨੂੰ ਇਨਫੈਕਸ਼ਨ ਦਾ ਖਤਰਾ ਟ੍ਰਾਂਸਪਲਾਂਟ ਦੇ ਮਰੀਜ਼ ਦੇ ਨਾਲ ਥੋੜਾ ਘੱਟ ਹੁੰਦਾ ਹੈ। ਜੀ ਤੀਜੇ ਤਰੀਕੇ ਜੋ ਪਹਿਲੇ ਤਰੀਕੇ ਜੋ ਅਸੀਂ ਕਹਿੰਦੇ ਜੋ ਸਿਰਫ ਦਵਾਈ ਦੇ ਉੱਪਰ ਚੱਲਦੇ ਹੈ ਉਹ ਉਹਨਾਂ ਦੀ ਇਮਿਊਨਿਟੀ ਇੰਨੀ ਜ਼ਿਆਦਾ ਘੱਟ ਨਹੀਂ ਹੁੰਦੀ ਹੈ, ਪਰ ਉਹਨਾਂ ਨੂੰ ਵੀ ਯੂਨੀਵਰਸਲ ਪ੍ਰੀਕਾਸ਼ਨ ਤੋਂ ਲੈਣੇ ਹੀ ਪੈਣੇ, ਉਹਨਾਂ ਨੂੰ ਵੀ ਆਪਣਾ ਖਿਆਲ ਤਾਂ ਰੱਖਣਾ ਹੀ ਪੈਣਾ। ਹਾਂਜੀ ਡਾਕਟਰ ਸਾਹਿਬ ਗੱਲਬਾਤ ਚੱਲ ਰਹੀ, ਸਾਡੇ ਇੱਕ ਹੋਰ ਕਾਲਰ ਜੁੜੇ ਹਨ। ਹੈਲੋ ਬਲਕਾਰ ਸਿੰਘ ਜੀ, ਤੁਹਾਡਾ ਸਵਾਗਤ ਹੈ। ਹੈਲੋ ਹਾਂਜੀ ਬਲਕਾਰ ਸਿੰਘ ਜੀ। ਹਾਂਜੀ ਹਾਂਜੀ ਡਾਕਟਰ ਸਾਹਿਬ, ਹਾਂਜੀ। ਤੇ ਪ੍ਰਭ ਜ਼ੁਕਾਮ ਜਿਹੜਾ ਆਮ ਤੇ ਖੰਘ ਜ਼ੁਕਾਮ ਪਹਿਲਾਂ ਵੀ ਸ਼ੁਰੂ ਤੋਂ ਹੁੰਦਾ ਆਇਆ ਵਾ, ਪਰ ਹੁਣ ਕਿਉਂ ਮੁਸ਼ਕਿਲ ਆ ਰਹੀ ਹੈ ਇੰਨੀ ਖੰਘ ਜ਼ੁਕਾਮ ਦੀ? ਹਾਂਜੀ ਅੱਛਾ ਹੁਣ ਕਿਉਂ ਖੰਘ ਜ਼ੁਕਾਮ? ਖੰਘ ਜ਼ੁਕਾਮ ਜੋ ਹੈ ਤੁਸੀਂ ਦੇਖੋ, ਖੰਘ ਜ਼ੁਕਾਮ ਅਜੇ ਵੀ ਅੱਜ ਦੀ ਡੇਟ ਦੇ ਵਿੱਚ ਵੀ ਇਹ ਨਹੀਂ ਹੈ ਕਿ 100 ਮਰੀਜ਼ਾਂ ਨੂੰ ਖੰਘ ਜ਼ੁਕਾਮ ਹੋਏ ਤਾਂ 100 ਨੂੰ ਕੋਰੋਨਾ ਹੋਣਾ ਜਾਂ ਕੋਵਿਡ ਦੀ ਡਿਜ਼ੀਜ਼ ਹੋਣਾ, ਇਦਾਂ ਨਹੀਂ ਹੈ। ਅਸੀਂ ਆਮ ਜ਼ਿਆਦਾ ਕਰਕੇ ਲੋਕਾਂ ਨੂੰ ਖੰਘ ਜ਼ੁਕਾਮ ਸਰਦੀ 2 ਜਾਂ 3 ਦਿਨ ਦੇ ਵਿੱਚ ਵੱਧ ਤੋਂ ਵੱਧ ਹਫਤੇ ਦੇ ਵਿੱਚ ਠੀਕ ਜਾਣੀ ਚਾਹੀਦੀ ਹੈ, ਪਰ ਕਿਉਂਕਿ ਸੋਸਾਇਟੀ ਦੇ ਵਿੱਚ ਸਾਡੇ ਸੋਸਾਇਟੀ ਦੇ ਵਿੱਚ ਕੋਰੋਨਾ ਇਸ ਤਰ੍ਹਾਂ ਦਾ ਫੈਲਦਾ ਪਿਆ ਹੈ ਤਾਂ ਅਸੀਂ ਸਲਾਹ ਇਹ ਦੇਂਗੇ ਕਿ ਤੁਸੀਂ ਆਪਣਾ ਫਿਰ ਵੀ ਆਪਣਾ ਆਈਸੋਲੇਸ਼ਨ ਰੱਖੋ, ਆਪਣੇ ਫੈਮਿਲੀ ਮੈਂਬਰਸ ਦੇ ਨਾਲ ਥੋੜਾ ਕੰਟੈਕਟ ਘੱਟ ਰੱਖੋ, ਆਪਣਾ ਮਾਸਕ ਲਗਾ ਕੇ ਰੱਖੋ, ਸੋਸ਼ਲ ਡਿਸਟੈਂਸਿੰਗ ਬਣਾ ਕੇ ਰੱਖੋ। ਤੇ ਜ਼ਿਆਦਾ ਤੁਹਾਨੂੰ ਲੱਗਦਾ ਵੀਕਨੈਸ ਹੈ ਖੰਘ ਦੇ ਇਲਾਵਾ ਤੁਹਾਨੂੰ ਸਾਹ ਦੀ ਤਕਲੀਫ ਹੋ ਗਈ ਹੈ, ਬੁਖਾਰ ਤੇਜ਼ ਆ ਰਿਹਾ ਹੈ, ਬੁਖਾਰ ਟੁੱਟਦਾ ਨਹੀਂ ਹੈ, ਬਾਡੀ ਦੇ ਵਿੱਚ ਦਰਦ ਹੈਗਾ, ਤੁਹਾਨੂੰ ਸਰੀਰ ਦੇ ਵਿੱਚ ਬਹੁਤ ਜ਼ਿਆਦਾ ਦਰਦ ਜਾਂ ਤਕਲੀਫ ਹੁੰਦੀ ਹੈ, ਕਮਜ਼ੋਰੀ ਆ ਜਾਂਦੀ, ਤਾਂ ਤੁਹਾਨੂੰ ਮੈਂ ਸੁਜੈਸਟ ਕਰਾਂਗਾ ਜ਼ਰੂਰ ਤੁਸੀਂ ਜਾਂ ਕੋਈ ਵੀ ਮਰੀਜ਼ ਉਹਨਾਂ ਨੂੰ ਆਪਣਾ ਟੈਸਟ ਜ਼ਰੂਰ ਕਰਾ ਲੈਣਾ ਚਾਹੀਦਾ। ਜਿੰਨੀ ਛੇਤੀ ਟੈਸਟ ਹੋ ਸਕਦਾ ਉਨੀ ਛੇਤੀ ਇਲਾਜ ਹੋ ਸਕਦਾ, ਤਾਂ ਉਹ ਬਹੁਤ ਜ਼ਰੂਰੀ ਚੀਜ਼ ਹੈ। ਕੋਰੋਨਾ ਦੇ ਵਿੱਚ ਸਰਕਾਰ ਨੇ ਵੀ ਇਵਨ ਹਦਾਇਤਾਂ ਦਿੱਤੀਆਂ ਕਿ ਕਿਸੇ ਨੂੰ ਵੀ ਖਾਂਸੀ ਜ਼ੁਕਾਮ ਹੈ ਉਹ ਆਪਣਾ ਟੈਸਟ ਕਰਾਓ, ਰੈਂਡਮ ਟੈਸਟ ਕਰਾਓ, ਕੋਈ ਪਤਾ ਨਹੀਂ ਲੱਗਦਾ, ਥੋੜੀ ਜਿਹੀ ਜ਼ੁਕਾਮ ਖਾਂਸੀ ਵਾਲਾ ਪੇਸ਼ੈਂਟ ਵੀ ਕਰੋਨਾ ਪੋਜ਼ਿਟਿਵ ਆ ਜਾਂਦਾ। ਔਰ ਵੱਡੀ ਗੱਲ ਇਹ ਹੈ ਕਿ ਜੇ ਕਰੋਨਾ ਦਾ ਪਹਿਲਾਂ ਹੀ ਡਾਇਗਨੋਸ ਹੋ ਗਏ, ਟਾਈਮਲੀ ਡਾਇਗਨੋਸ ਹੋ ਜਾਏ, ਤਾਂ ਉਸ ਹਿਸਾਬ ਨਾਲ ਉਹਦਾ ਟ੍ਰੀਟਮੈਂਟ ਦੇਣਾ ਤੇ ਮਰੀਜ਼ ਬੜੀ ਜਲਦੀ ਮਤਲਬ ਦੂਸਰੇ ਪੜਾਅ 'ਚ ਨਹੀਂ ਪਹੁੰਚਦਾ, ਬੜੀ ਜਲਦੀ ਉਹਨੂੰ ਰਿਕਵਰੀ ਹੁੰਦੀ ਹੈ। ਤੇ ਡਾਕਟਰ ਸਾਹਿਬ ਜਿਹੜਾ ਮਰੀਜ਼ ਕਰੋਨਾ ਦਾ ਹੈਗਾ, ਜਿਹਨੂੰ ਕਿਡਨੀ ਡਿਜ਼ੀਜ਼ ਹੈਗੀ, ਕਈ ਵਾਰੀ ਸ਼ੁਰੂਆਤੀ ਲੱਛਣ ਨਹੀਂ ਆਉਂਦੇ, ਜੀ ਹੋ ਗਿਆ ਤਾਂ ਕਿਹੜੀ ਕੰਡੀਸ਼ਨ ਆਦੀ ਜਦੋਂ ਤੁਸੀਂ ਉਹਨੂੰ ਦਾਖਲ ਕਰਨਾ ਮਰੀਜ਼ ਨੂੰ? ਅਸੀਂ ਕਹਿੰਦੇ ਕਿ ਪੇਸ਼ੈਂਟ ਨੂੰ ਕਈ ਵਾਰ ਪਤਾ ਹੀ ਨਹੀਂ ਹੁੰਦਾ, ਜਦੋਂ ਅਸੀਂ ਗੱਲ ਕਰਦੇ ਸੀਗੇ ਕਿ ਬਾਈ ਚਾਂਸ ਪਤਾ ਚੱਲ ਗਿਆ, ਤਾਂ ਉਹ ਜਿਸ ਇਸ ਤਰ੍ਹਾਂ ਦੇ ਏਸਿਮਟੋਮੈਟਿਕ ਮਰੀਜ਼ ਨੂੰ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਉਹਨੂੰ ਬਿਲਕੁਲ ਆਬਜ਼ਰਵੇਸ਼ਨ ਦੇ ਵਿੱਚ ਆਪਣੇ ਘਰ ਦੇ ਵਿੱਚ ਆਈਸੋਲੇਟ ਕਰਕੇ ਉਹਨਾਂ ਨੂੰ ਪਲਸ ਆਕਸੀਮੀਟਰ ਦੇ ਕੇ ਅਸੀਂ ਕਹਿੰਦੇ ਤੁਸੀਂ ਆਪਣੀ ਕੋਈ ਵੀ ਸਿੰਪਟਮ, ਸਾਹ ਦੀ ਤਕਲੀਫ ਜਾਂ ਬੁਖਾਰ ਜਾਂ ਖਾਂਸੀ ਵੱਧ ਜਾਏ ਤਾਂ ਤੁਸੀਂ ਛੇਤੀ ਸਾਨੂੰ ਕੰਟੈਕਟ ਕਰੋ। ਸਾਡੇ ਐਮਰਜੈਂਸੀ ਨੰਬਰ ਹੁੰਦੇ, ਸਾਡੇ ਡਾਕਟਰ ਹੁੰਦੇ ਔਨ ਡਿਊਟੀ, ਉਹਨਾਂ ਨੂੰ ਕੰਟੈਕਟ ਕਰੋ, 24 ਘੰਟੇ ਸਾਡਾ ਖੁੱਲ੍ਹਾ ਹੁੰਦਾ ਹੈ। ਤੇ ਉਹਨਾਂ ਨੂੰ ਜਦੋਂ ਸਿੰਪਟਮਸ ਆਉਂਦੇ ਤਾਂ ਉਹਨਾਂ ਨੂੰ ਅਸੀਂ ਇਹ ਦੇਖਦੇ ਹਾਂ ਕਿ ਉਹਨਾਂ ਨੂੰ ਸਿੰਪਟਮ ਕਿਸ ਲੈਵਲ ਦੇ ਹੈਗੇ। ਜੋ ਉਹਨਾਂ ਨੂੰ ਸਾਹ ਦੀ ਤਕਲੀਫ ਹੈ ਉਸ ਚੀਜ਼ ਨੂੰ ਅਸੀਂ ਵੇਟ ਨਹੀਂ ਕਰਦੇ, ਫਿਰ ਉਹਨੂੰ ਤੁਰੰਤ ਹਸਪੀਟਲ ਦੇ ਵਿੱਚ ਦਾਖਲ ਹੋਣਾ ਪੈਂਦਾ ਹੈ। ਨਹੀਂ ਕਈ ਵਾਰੀ ਕਿਡਨੀ ਦੇ ਮਰੀਜ਼ ਕਿਡਨੀ ਆਲਰੇਡੀ ਮਰੀਜ਼ ਜਲਦੀ ਦਾਖਲ ਕਰ ਲੈਣੇ, ਜਲਦੀ ਦਾਖਲ ਕਰਨਾ ਪੈਂਦਾ ਕਿਉਂਕਿ ਉਹਨਾਂ ਦੀ ਇਮਿਊਨਿਟੀ ਘੱਟ ਹੈ, ਤਾਂ ਉਹਨਾਂ ਦੀ ਸਾਹ ਦੀ ਤਕਲੀਫ 2 ਤਰੀਕੇ ਦੇ ਨਾਲ ਹੋ ਸਕਦੀ ਹੈ, ਕਿਡਨੀ ਦੇ ਕਰਕੇ ਵੀ ਹੋ ਸਕਦੀ ਹੈ ਤੇ ਕੋਵਿਡ ਜਾਂ ਕੋਰੋਨਾ ਦੇ ਕਰਕੇ ਵੀ ਹੋ ਸਕਦੀ ਹੈ। ਕਈ ਵਾਰ ਹੁੰਦਾ ਕੋਰੋਨਾ ਤਾਂ ਪੋਜ਼ਿਟਿਵ ਹੈ ਲੇਕਿਨ ਸਾਹ ਦੀ ਤਕਲੀਫ ਕਿਡਨੀ ਦੇ ਕਰਕੇ ਹੁੰਦੀ ਹੈ, ਫਲੂਇਡ ਓਵਰਲੋਡ ਕਰਕੇ ਹੋ ਜਾਂਦੀ ਹੈ, ਬਾਡੀ ਦੇ ਵਿੱਚ ਲੰਗਸ ਦੇ ਵਿੱਚ ਪਾਣੀ ਭਰ ਜਾਂਦਾ ਹੈ, ਉਹਦੇ ਵਿੱਚ ਕੀ ਹੁੰਦਾ ਕਿ ਕਿਡਨੀ ਸਾਹ ਦੀ ਤਕਲੀਫ ਫੇਰ ਵੀ ਹੁੰਦੀ ਹੈ। ਤਾਂ ਸਾਨੂੰ ਪਤਾ ਨਹੀਂ ਹੁੰਦਾ ਕਿ ਕਿਡਨੀ ਦੇ ਕਰਕੇ ਕੋਰੋਨਾ ਕਰਕੇ। ਅਸੀਂ ਜਦੋਂ ਐਨਾਲਾइज करते हैं, इन्वेस्टिगेशन करते हैं, एक्सरे करते हैं, बाकी CT स्कैन या और भी आगे टेस्ट करते हैं, सानू पता चल जाता है कि कोविड करके सांस की तकलीफ हो रही है या किडनी के फ्लूइड ओवरलोड करके सांस की तकलीफ हो रही है। पर उन्होंने दाखिल करना बहुत जरूरी है तो उन्होंने इलाज भी तुरंत करना बहुत जरूरी है। उन्होंने ऑक्सीजन की भी लोड़ है, कोविड का स्पेशल इलाज भी करना जरूरी है, चाहे वो फेविपुराविर है या रेमडेसिविर इंजेक्शन जो भी है उन्होंने ट्रीटमेंट जो भी उन्होंने लगता है उन्होंने कोरोना की दवाई तो अलावा एंटीबायोटिक और जो भी दवाएं चलनी है वो असी छेती तो छेती शुरू कर दें। ਇੱਕ ਡਾਕਟਰ ਸਾਹਿਬ ਇਹ ਹੈ ਕਿ ਕਾਨੂੰਨਾਂ ਦੇ ਵਿੱਚ ਕਾਫੀ ਮੈਡੀਸਨ ਦੇਣੀਆਂ ਪੈਂਦੀਆਂ, ਜਿੱਦਾਂ ਤੁਸੀਂ ਰੈਮਡੈਸਿਵਿਰ ਤੇ ਇਹਨਾਂ ਦਵਾਈਆਂ ਦੀ ਗੱਲ ਕੀਤੀ, ਤੇ ਜਿਹੜਾ ਪੇਸ਼ੈਂਟ ਆਲਰੇਡੀ ਕਿਡਨੀ ਡਿਜ਼ੀਜ਼ ਹੈਗਾ, ਇਹ ਕੀ ਦਵਾਈਆਂ ਸੇਫ ਹੈ ਜਾਂ ਕਿਹੜੀਆਂ ਦਵਾਈਆਂ ਲੈਣੀ ਚਾਹੀਦੀਆਂ, ਇਹ ਕੌਣ ਡਿਸਾਈਡ ਕਰਦਾ ਤੇ ਇਹ ਦਵਾਈਆਂ ਦਾ ਕਿਸ ਤਰ੍ਹਾਂ ਸਿਸਟਮ? ਬਹੁਤ ਵਧੀਆ ਸਵਾਲ ਹੈ। ਕਿਡਨੀ ਦੇ ਮਰੀਜ਼ਾਂ ਨੂੰ ਉੱਦਾਂ ਵੀ, ਕਿਉਂਕਿ ਮੈਂ ਅੱਗੇ ਦੱਸਦਾ ਸੀਗਾ ਕਿ ਕਿਡਨੀਆਂ ਨੂੰ 4 ਕੰਮ ਤਾਂ ਮੇਨ ਹੁੰਦੇ ਹੀ ਹੈ, ਜਿੱਦਾਂ ਫਿਲਟਰੇਸ਼ਨ ਹੈ, ਬੋਨ ਹੱਡੀਆਂ ਨੂੰ ਮਜ਼ਬੂਤ ਕਰਨਾ, ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨਾ, ਤੇ ਖੂਨ ਦੀ ਕਮੀ ਹੋ ਜਾਂਦੀ ਹੈ ਉਹਨਾਂ ਨੂੰ ਐਥਰੋਪੋਇਟਿਨ ਬਣਾ ਕੇ ਖੂਨ ਦੀ ਕਮੀ ਪੂਰੀ ਕਰਦਾ ਹੈ। ਤੇ ਕਿਡਨੀ ਦੀ ਇਹ 4 ਤਰ੍ਹਾਂ ਦੀ ਦਵਾਈਆਂ ਤਾਂ ਚੱਲਣੀ ਹੈ। ਉਹਨਾਂ ਨੂੰ ਬਲੱਡ ਪ੍ਰੈਸ਼ਰ ਦੀ ਵੀ ਦਵਾਈਆਂ ਚੱਲਣੀਆਂ, ਕੈਲਸ਼ੀਅਮ ਦੀ, ਵਿਟਾਮਿਨ ਡੀ, ਆਇਰਨ, ਇਹ ਸਾਰੀ ਕਈ ਤਰ੍ਹਾਂ ਦੀ ਬਿਮਾਰੀਆਂ ਚੱਲਦੀਆਂ। ਤੇ ਅਸੀਂ ਕਰਦੇ ਹਾਂ ਜਦੋਂ ਪੇਸ਼ੈਂਟ ਨੂੰ ਕੋਵਿਡ ਵੀ ਹੋ ਜਾਏ ਨਾਲ, तो ਅਸੀਂ ਕੀ ਕਰਦੇ ਹਾਂ ਕਿ ਅਸੀਂ ਪੇਸ਼ੈਂਟ ਦੀ ਉਸ ਟਾਈਮ ਦੇ ਥੋੜਾ ਜਿਹਾ ਟਾਈਮ ਦੇ ਲਈ ਟੈਂਪਰੇਰੀ ਥੋੜੇ ਟਾਈਮ ਦੇ ਲਈ ਜੋ ਦਵਾਈਆਂ ਦਾ ਨੰਬਰ ਹੈ ਜੋ ਘੱਟ ਐਸੈਂਸ਼ੀਅਲ ਹੈ ਜਾਂ ਲੈਸ ਐਸੈਂਸ਼ੀਅਲ ਦਵਾਈਆਂ ਉਹ ਅਸੀਂ ਅਵੋਇਡ ਕਰ ਜਾਂਦੇ ਤਾਂ ਕਿ ਜੋ ਜ਼ਰੂਰੀ ਦਵਾਈਆਂ ਉਹ ਅਸੀਂ ਦਵਾਈ ਪਹਿਲਾਂ ਦੇ ਦਿੰਦੇ, ਗੈਰ ਜ਼ਰੂਰੀ ਅਸੀਂ ਪਿੱਛੇ ਕਰ ਦਿੰਦੇ ਥੋੜੇ ਦਿਨਾਂ ਦੇ ਲਈ। ਜਦੋਂ ਪੇਸ਼ੈਂਟ ਦਾ ਇਨਫੈਕਸ਼ਨ ਕੋਵਿਡ ਜਰਾ ਠੀਕ ਹੋ ਜਾਂਦਾ ਉਹਦੇ ਬਾਅਦ ਉਹਨਾਂ ਨੂੰ ਜਦੋਂ ਸੈੱਟ ਹੋ ਜਾਂਦਾ ਫਿਰ ਉਹਨਾਂ ਨੂੰ ਕੋਵਿਡ ਦੀ ਤਾਕਤ ਦੀ ਦਵਾਈਆਂ, ਆਇਰਨ ਦੀ, ਕੈਲਸ਼ੀਅਮ ਦੀ ਫਿਰ ਵਾਪਸ ਸ਼ੁਰੂ ਕਰ ਦਿੰਦੇ। ਤਾਂ ਉਸ ਦੌਰਾਨ ਅਸੀਂ ਦਵਾਈਆਂ ਘੱਟ ਕਰਨੇ ਦੇ ਲਈ ਅਸੀਂ ਦਵਾਈਆਂ ਪਿੱਛੇ ਕਰ ਦਿੰਦੇ। ਹਾਂਜੀ, ਤੇ ਡਾਕਟਰ ਸਾਹਿਬ ਜਦੋਂ ਕਰੋਨਾ ਹੋ ਜਾਂਦਾ, ਸਪੋਜ਼ ਕਿਡਨੀ ਡਿਜ਼ੀਜ਼ ਨਾਲ ਹੈ, ਕੋਈ ਖਾਸ ਇਨਵੈਸਟੀਗੇਸ਼ਨ ਟੈਸਟ ਉਸ ਕੀ ਕਰਾਉਣੇ ਪੈਂਦੇ?
ਇੱਕ ਕੋਰੋਨਾ ਦੇ ਦੋ ਤਰ੍ਹਾਂ ਦੇ ਟੈਸਟ ਹੈ ਹੀ ਹੈ, ਜਿੱਦਾਂ ਕਹਿੰਦੇ ਕੋਵਿਡ ਰੈਪਿਡ ਟੈਸਟ ਤੇ RT-PCR ਟੈਸਟ, ਇਹ ਦੋਨੋਂ ਦੇ ਵਿੱਚ ਕੋਈ ਵੀ ਪੋਜ਼ਿਟਿਵ ਹੈ ਤੇ ਕੋਰੋਨਾ ਹੋ ਸਕਦਾ ਹੈ, ਤੇ ਕੋਰੋਨਾ ਹੋਏਗਾ। ਕਿਡਨੀ ਦੇ ਖਾਸ ਟੈਸਟ, ਤੇ ਕਿਡਨੀ ਦੇ ਖਾਸ ਟੈਸਟ ਜੋ ਹੁੰਦੇ, ਅਸੀਂ ਕਿਡਨੀ ਦੇ ਯੂਰਿਨ ਦਾ ਟੈਸਟ ਹੈ, ਨਾਲ ਅਸੀਂ RFT ਟੈਸਟ, ਯੂਰੀਆ ਕ੍ਰੀਏਟਿਨ ਯੂਰਿਨ ਦੇ ਟੈਸਟ, ਯੂਰਿਕ ਐਸਿਡ, ਇਲੈਕਟ੍ਰੋਲਾਈਟਸ ਤੇ ਐਕਸ-ਰੇ, ਅਲਟਰਾਸਾਊਂਡ। ਇਹ ਟੈਸਟ ਬਹੁਤ ਜ਼ਰੂਰੀ ਹੈ। ਅਸੀਂ ਉਹਨਾਂ ਨੂੰ ਐਨਾਲਾਈਜ਼ ਕਰਦੇ ਹਾਂ ਕਿ ਕਿਸ ਸਟੇਜ ਦੇ ਵਿੱਚ ਕਿਡਨੀ ਦੀ, ਔਰ ਇੱਕ ਟੈਸਟ ਹੁੰਦਾ BCM, ਅਸੀਂ ਕਹਿੰਦੇ ਉਹਨਾਂ ਨੂੰ ਬਾਡੀ ਦੇ ਵਿੱਚ ਕਿੰਨਾ ਵਾਟਰ ਦੀ ਮਾਤਰਾ ਹੈ, ਕੰਟੈਂਟ ਕਿੰਨਾ ਹੈਗਾ, ਜਾਂ ਫਲੂਇਡ ਓਵਰਲੋਡ ਦੇ ਕਰਕੇ ਸਾਹ ਦੀ ਤਕਲੀਫ ਹੋ ਰਹੀ ਹੈ ਜਾਂ ਕੋਈ ਪ੍ਰੋਬਲਮ ਹੈ, ਉਹ ਡਿਫਰੈਂਸ਼ੀਅਲ ਵੀ ਕਰਨਾ, ਹਾਰਟ ਡਿਜ਼ੀਜ਼ ਤਾਂ ਨਹੀਂ ਨਾਲ, ਉਹ ਸਾਰਾ ਉਹ ਟੈਸਟਾਂ ਦੇ ਵਿੱਚ ਅਸੀਂ ਐਨਾਲਾਈਜ਼ ਕਰਕੇ ਕਲੀਨਿਕਲੀ ਤੇ ਪੇਸ਼ੈਂਟ ਦੇ ਇਨਵੈਸਟੀਗੇਸ਼ਨ ਦੇਖ ਕੇ ਅਸੀਂ ਦੱਸ ਸਕਦੇ ਹਾਂ ਕਿ ਮਰੀਜ਼ ਕਿਸ ਸਟੇਜ ਦੇ ਵਿੱਚ, ਇਹਨੂੰ ਕਿਸ ਚੀਜ਼ ਦੇ ਲਈ ਕਿਹੜੇ ਟ੍ਰੀਟਮੈਂਟ ਦੀ ਫਸਟ ਜ਼ਰੂਰਤ ਹੈਗਾ, ਉਹਨਾਂ ਨੂੰ ਪਹਿਲਾਂ ਕੀ ਟ੍ਰੀਟਮੈਂਟ ਕੀਤਾ ਜਾਵੇ, ਤੇ ਉਸ ਤਰ੍ਹਾਂ ਦੀਆਂ ਨਹੀਂ ਉਸ ਮੁਤਾਬਿਕ ਉਹਨਾਂ ਦਾ ਮੈਨੇਜਮੈਂਟ ਸ਼ੁਰੂ ਕਰਦੇ ਹਾਂ। ਹਾਂਜੀ, ਇਹ ਡਾਕਟਰ ਸਾਹਿਬ ਜਿੱਦਾਂ ਹੁਣ ਵੈਕਸੀਨੇਸ਼ਨ ਦਾ ਬੜਾ ਜ਼ਿਆਦਾ ਰੋਲ ਆ ਗਿਆ, ਕਿਉਂਕਿ ਜੇ ਦੇਖਿਆ ਜਾਵੇ ਤਾਂ ਵਿਕਲਪ ਇੱਕ ਵੈਕਸੀਨੇਸ਼ਨ ਹੀ ਆ ਅੱਜ ਕੱਲ੍ਹ ਟ੍ਰੀਟਮੈਂਟ ਲਈ। ਕਿਡਨੀ ਡਿਜ਼ੀਜ਼ ਤਾਂ ਪਹਿਲਾਂ ਹੀ ਬੰਦਾ ਇਮਿਊਨ ਕੰਪਰੋਮਾਈਜ਼ ਹੈ, ਤੇ ਉਹਦੇ ਵਿੱਚ ਫਿਰ ਵੈਕਸੀਨੇਸ਼ਨ ਕਿੱਦਾਂ ਡਿਸਾਈਡ ਕਰਦੇ ਕਿਹਨੂੰ ਵੈਕਸੀਨੇਸ਼ਨ ਲੈਣੀ ਚਾਹੀਦੀ ਕਿਹਨੂੰ ਨਹੀਂ? ਅਸੀਂ ਤਾਂ ਜਦੋਂ ਗਵਰਨਮੈਂਟ ਅਸੀਂ ਅਲਾਊ ਕਰਦੀ ਤਾਂ ਅਸੀਂ ਤਾਂ ਕਹਾਂਗੇ ਕਿ ਜੋ ਗਵਰਨਮੈਂਟ ਦੇ ਪ੍ਰੋਟੋਕਾਲ ਹੈ ਉਹਦੇ ਸਾਰੇ ਮਰੀਜ਼ਾਂ ਨੂੰ, ਕਿਡਨੀ ਦੇ ਮਰੀਜ਼ਾਂ ਨੂੰ ਜੋ ਵੀ ਹੈਗਾ, ਸਾਨੂੰ ਹਰ ਮਰੀਜ਼ ਨੂੰ ਕਿਡਨੀ ਦੇ ਵੈਕਸੀਨੇਸ਼ਨ ਜ਼ਰੂਰੀ ਹੈਗਾ, ਔਰ ਚਾਹੇ ਉਹ ਟ੍ਰਾਂਸਪਲਾਂਟ ਪੇਸ਼ੈਂਟ ਹੋਏ, ਚਾਹੇ ਉਹ ਡਾਇਲਿਸਿਸ ਵਾਲਾ ਪੇਸ਼ੈਂਟ ਹੋਏ ਜਾਂ ਕੰਜ਼ਰਵੇਟਿਵ ਮੈਨੇਜਮੈਂਟ ਵਾਲਾ ਪੇਸ਼ੈਂਟ, ਇਸ ਤਿੰਨਾਂ ਤਰ੍ਹਾਂ ਦੇ ਮਰੀਜ਼ਾਂ ਨੂੰ ਕਿਡਨੀ ਦੇ ਵੈਕਸੀਨੇਸ਼ਨ ਵਾਲੀ। ਸਾਡੇ ਕੋਲ ਕਾਲਰ ਜੁੜੇ ਹਨ। ਹੈਲੋ, ਹਾਂਜੀ ਸਤੀਸ਼ ਜੀ, ਨਮਸਕਾਰ। ਨਮਸਕਾਰ ਜੀ, ਬਹੁਤ ਬਹੁਤ ਸਵਾਗਤ ਹੈ। ਮੈਂ ਸਿਰਫ ਇਹਨਾਂ ਪੁੱਛਣਾ ਜੀ ਕਿ ਜਿਹਨੂੰ ਕਰੋਨਾ ਹੋ ਚੁੱਕਾ ਉਹਦੇ ਵੈਕਸੀਨੇਸ਼ਨ ਦਾ ਟੀਕਾ ਜਿਹੜਾ ਲੱਗ ਸਕਦਾ? ਯੈਸ, ਲੱਗ ਸਕਦਾ ਹੈ, ਲੱਗ ਸਕਦਾ ਹੈ, ਲਗਾਉਣਾ ਚਾਹੀਦਾ ਹੈ। ਤੁਹਾਨੂੰ ਉਹਦੇ ਇਮਿਊਨਿਟੀ ਤੇ ਉਹਨਾਂ ਦੇ ਐਂਟੀਬਾਡੀ ਡਿਵੈਲਪ ਕਰਨੇ ਦੇ ਲਈ ਬਹੁਤ ਮਦਦ ਆਏਗੀ। ਹਾਂਜੀ ਡਾਕਟਰ ਸਾਹਿਬ, ਆਪਾਂ ਵੈਕਸੀਨੇਸ਼ਨ ਦੀ ਗੱਲ ਕਰ ਰਹੇ ਸੀ ਵੀ ਜਿਹੜਾ ਕਿਡਨੀ ਦਾ ਮਰੀਜ਼ ਹੈ ਫਿਰ ਉਹ ਕਿੰਨੀ ਦੇਰ ਬਾਅਦ ਵੈਕਸੀਨ ਲਵਾ ਸਕਦਾ, ਕਿਸ ਤਰ੍ਹਾਂ? ਕਿਡਨੀ ਦਾ ਮਰੀਜ਼ ਤੋਂ ਜਦੋਂ ਅਵੇਲੇਬਲ ਉਸ ਟਾਈਮ ਜਿੰਨੀ ਛੇਤੀ ਉਹ ਲੱਗਣਾ ਚਾਹੀਦਾ। ਡਾਇਲਿਸਿਸ ਵਾਲਾ ਲਵਾ ਸਕਦਾ, ਡਾਇਲਿਸਿਸ ਵਾਲੇ ਨੂੰ ਵੀ ਬਸ ਉਸ ਟਾਈਮ ਤੇ ਉਸ ਬੰਦੇ ਨੂੰ ਬੁਖਾਰ ਨਹੀਂ ਹੋਣਾ ਚਾਹੀਦਾ। ਇਹ ਮੈਂ ਤੁਹਾਨੂੰ ਇੱਥੇ ਇੱਕ ਗੱਲ ਬੜੀ ਪਬਲਿਕ ਦੇ ਲਈ ਕਹਿਣਾ ਚਾਹੂੰਗਾ ਕਿ ਪੇਸ਼ੈਂਟ, ਸਾਡੇ ਕੋਲ ਕਈ ਪੇਸ਼ੈਂਟ ਆਉਂਦੇ, ਡਾਕਟਰ ਸਾਹਿਬ ਅਸੀਂ ਨਹੀਂ ਲਗਵਾਉਣਾ ਕਿਉਂਕਿ ਉਹਦੇ ਵਿੱਚ ਬੁਖਾਰ ਹੋ ਜਾਂਦਾ। ਅਸੀਂ ਮੈਂ ਕਹਿਣਾ ਚਾਹੁੰਦਾ ਸਾਰੇ ਆਪਣੇ ਦਰਸ਼ਕਾਂ ਨੂੰ ਕਿ ਕਿਡਨੀ ਦੇ ਮਰੀਜ਼ਾਂ ਨੂੰ ਵੀ ਵੈਕਸੀਨ ਜ਼ਰੂਰੀ ਹੈ ਔਰ ਜ਼ਰੂਰ ਲਗਵਾਉਣਾ ਚਾਹੀਦਾ। ਤੇ ਬੁਖਾਰ ਆਉਣਾ ਕੋਈ ਗਲਤ ਚੀਜ਼ ਨਹੀਂ ਹੈ, ਗਲਤ ਗੱਲ ਨਹੀਂ ਹੈ। ਤੁਸੀਂ ਬੁਖਾਰ ਆਇਆ ਤਾਂ ਘਬਰਾਉਣ ਦੀ ਕੋਈ ਲੋੜ ਨਹੀਂ। ਇਹਦਾ ਮਤਲਬ ਇਹ ਵੈਕਸੀਨ ਅਸਰ ਕਰਦਾ ਪਿਆ, ਇਹ ਤੁਹਾਨੂੰ ਐਂਟੀਬਾਡੀ ਡਿਵੈਲਪ ਹੋਣ ਦੇ ਲਈ ਮਦਦ ਕਰਦਾ ਪਿਆ, ਤੇ ਤੁਹਾਨੂੰ ਬੁਖਾਰ ਤੋਂ ਕਰਕੇ ਡਰਨੇ ਦੀ ਲੋੜ ਨਹੀਂ ਹੈ। ਤੁਸੀਂ ਜ਼ਰੂਰ ਆਪਣਾ ਵੈਕਸੀਨ ਲਗਵਾਓ। ਹਾਂਜੀ, ਡਾਕਟਰ ਸਾਹਿਬ ਜੇ ਕਰੋਨਾ ਹੋ ਗਿਆ ਕਿਡਨੀ ਵਾਲੇ ਮਰੀਜ਼ ਨੂੰ, ਤੇ ਉਸ ਤੋਂ ਕਿੰਨੀ ਦੇਰ ਬਾਅਦ ਵੈਕਸੀਨ ਲਗਵਾਉਣੀ? ਉਸ ਤੋਂ 6 to 8 ਵੀਕਸ ਬਾਅਦ ਕਰੋਨਾ ਦੇ ਵੈਕਸੀਨ ਲਗਵਾਉਣਾ ਚਾਹੀਦਾ। ਹਾਂਜੀ, ਕਿਉਂਕਿ ਉਹਦੀ ਐਂਟੀਬਾਡੀ 6 to 8 ਵੀਕਸ ਤੱਕ ਰਹਿੰਦੀ ਹੈ ਆਪਣੇ ਲੈਵਲ ਤੇ, ਉਸ ਤੋਂ ਬਾਅਦ ਵੀ ਰਹਿੰਦੀ ਹੈ, ਪਰ ਉਹਦੇ ਵਿੱਚ ਐਂਟੀਜੈਨਿਕ ਇਫੈਕਟ ਜੋ ਹੈ, ਇਨਫੈਕਸ਼ਨ ਦਾ ਅਸਰ ਹੈ, ਉਹ ਕਿਡਨੀ ਦੀ ਇਲਨੈਸ ਦਾ ਇਫੈਕਟ ਹੈ, ਰਿਕਵਰੀ ਕਨਵਲੈਸੈਂਸ ਫੇਸ ਹੈ, ਉਹ ਕਵਰ ਹੋਣ ਦੇ ਕਰਕੇ ਅਸੀਂ ਵੀ ਕਹਾਂਗੇ ਕਿ 6 to 8 ਵੀਕਸ ਬਾਅਦ ਉਹਨਾਂ ਨੂੰ ਜ਼ਰੂਰ ਵੈਕਸੀਨ ਲਗਵਾ ਲੈਣਾ ਚਾਹੀਦਾ। ਇੱਕ ਡਾਕਟਰ ਬੜਾ ਕਨਫਿਊਜ਼ਨ ਹੁੰਦਾ ਕਿ ਆ ਕੇ ਪੁੱਛਦੇ ਜੀ ਸਾਨੂੰ ਤਾਂ ਗੁਰਦੇ ਦੀ ਤਕਲੀਫ ਹੈ, ਅਸੀਂ ਕੋਈ ਵੈਕਸੀਨ ਲਈਏ ਜਾਂ ਕੋਵਾਸ਼ੀਲਡ ਲਗਵਾਈਏ? ਵੈਕਸੀਨ ਦਾ ਬੜਾ ਟਾਈਪ ਪੁੱਛਦੇ ਹਾਂ ਜੀ। ਦੋਨੋਂ ਵੈਕਸੀਨ ਵਧੀਆ ਹੈਗੇ, ਜਿਹੜਾ ਮਰਜ਼ੀ ਵੈਕਸੀਨ ਲਓ, ਚਾਹੇ ਕੋਵੈਕਸੀਨ ਹੋਏ ਚਾਹੇ ਕੋਵਾਸ਼ੀਲਡ ਹੋਏ, ਤੁਸੀਂ ਦੋਨੋਂ ਵੈਕਸੀਨ ਦੇ ਵਿੱਚ ਜਿਹੜਾ ਮਰਜ਼ੀ ਤੁਹਾਨੂੰ ਅਵੇਲੇਬਲ ਹੈ ਤੁਸੀਂ ਲਗਵਾਓ, ਵਧੀਆ ਲਗਵਾਓ। ਗਾਰੰਟੀ ਹੁੰਦੀ ਹੈ, ਸਾਡੀ ਵੀ ਗਾਰੰਟੀ ਹੈ ਤੇ ਗਵਰਨਮੈਂਟ ਦੀ ਵੀ ਗਾਰੰਟੀ ਹੈ, ਤੁਹਾਨੂੰ ਵੈਕਸੀਨ ਲਗਾਉਣ ਤੋਂ ਬਾਅਦ ਕੋਈ ਤਕਲੀਫ ਨਹੀਂ ਹੈ। ਕਰੋੜਾਂ ਲੋਕਾਂ ਨੂੰ ਵੈਕਸੀਨ ਲੱਗ ਚੁੱਕਾ ਹੈ ਤੇ ਕਿਸੇ ਨੂੰ ਇੱਕ ਨੂੰ ਵੀ ਕੋਈ ਤਕਲੀਫ ਨਹੀਂ ਹੈ। ਜੋ ਤੁਸੀਂ ਕਹਿੰਦੇ ਉਹਨਾਂ ਨੂੰ ਤਕਲੀਫ ਹੋਈ ਹੈ ਕਿ ਕਿਸੇ ਨੂੰ ਕੋਵਿਡ ਵੈਕਸੀਨ ਦੇ ਕਰਕੇ ਕੋਈ ਤਕਲੀਫ ਨਹੀਂ, ਉਹਨਾਂ ਨੂੰ ਕੋਈ ਨਾ ਕੋਈ ਕੋਮੋਰਬਿਡਿਟੀ ਜਾਂ ਕੋਈ ਨਾ ਕੋਈ ਹੋਰ ਬਿਮਾਰੀ ਕਰਕੇ, ਕੋਈ ਨਾ ਅਦਰ ਡਿਜ਼ੀਜ਼ ਕਰਕੇ ਜਾਂ ਅਦਰ ਸਿਚੁਏਸ਼ਨ ਕਰਕੇ ਡੈਥ ਹੋਈ ਹੋਣੀ ਹੈ, ਪਰ ਵੈਕਸੀਨ ਇਟਸੈਲਫ ਕਰਕੇ ਕੋਈ ਡੈਥ ਨਹੀਂ ਹੋਈ। ਹਾਂਜੀ, ਤੇ ਡਾਕਟਰ ਜਿਹੜੇ ਮਰੀਜ਼ ਦਾ ਡਾਇਲਿਸਿਸ ਚੱਲਦਾ ਪਿਆ, ਜਿਹਦਾ ਹਫਤੇ 2-3 ਦਿਨ ਡਾਇਲਿਸਿਸ ਹੁੰਦਾ, ਜੇ ਉਹਨੂੰ ਉਸ ਦੌਰਾਨ ਦੇ ਵਿੱਚ ਕਰੋਨਾ ਹੋ ਗਿਆ ਫਿਰ ਉਹ ਕੀ ਡਾਇਲਿਸਿਸ ਕਰਾਏਗਾ? ਬਹੁਤ ਵਧੀਆ ਸਵਾਲ ਕੀਤਾ ਤੁਸੀਂ ਡਾਕਟਰ ਸਾਹਿਬ। ਇਹ ਕੋਵਿਡ ਦੇ ਦੇਖੋ, ਡਾਇਲਿਸਿਸ ਇਜ਼ ਅ ਲਾਈਫ ਸੇਵਿੰਗ ਪ੍ਰੋਸੀਜਰ। ਇਹਨਾਂ ਨੂੰ ਲਾਈਫ ਨੂੰ ਬਚਾਉਣ ਦੇ ਲਈ ਕਿਡਨੀ ਦਾ ਕੰਮ ਡਾਇਲਿਸਿਸ ਮਸ਼ੀਨ ਕਰਦੀ ਹੈ। ਕਿਡਨੀ ਫਿਲਟਰ ਕਰਦੀ ਹੈ, ਖੂਨ ਨੂੰ ਸਫਾਈ ਕਰਦੀ ਹੈ, ਉਹ ਸਫਾਈ ਹੋ ਨਹੀਂ ਪਾਉਂਦੀ ਤਾਂ ਸਾਨੂੰ ਡਾਇਲਿਸਿਸ ਦੀ ਮਸ਼ੀਨ ਦੀ ਹੈਲਪ ਲੈਣੀ ਪੈਂਦੀ ਹੈ ਜੀ। ਉਹ ਡਾਇਲਿਸਿਸ ਦੀ ਮਸ਼ੀਨ ਦੀ ਹੈਲਪ ਦੇ ਲਈ ਸਾਨੂੰ ਹਫਤੇ 'ਚ ਮਿਨੀਮਮ 2 ਟਾਈਮਸ ਤੋਂ ਉਹਨਾਂ ਨੂੰ ਡਾਇਲਿਸਿਸ ਕਰਾਉਣੀ ਪੈਂਦੀ ਹੈ। ਜੋ 3 ਟਾਈਮ ਕਰਾਏਗਾ ਇਹ ਵਧੀਆ ਰਹਿੰਦਾ ਹੈ, ਪਰ ਮਿਨੀਮਮ 2 ਟਾਈਮ ਡਾਇਲਿਸਿਸ ਦੇ ਲਈ ਉਹਨਾਂ ਨੂੰ ਆਉਣਾ ਹੀ ਆਉਣਾ ਹੈ, ਹਸਪੀਟਲ ਦੇ ਵਿੱਚ ਆਉਣਾ ਹੈ। ਤੇ ਡਾਇਲਿਸਿਸ ਦੇ ਲਈ ਉਹਨਾਂ ਨੂੰ ਇੱਕ ਵੱਖਰਾ ਟ੍ਰੀਟਮੈਂਟ ਲਾਈਫ ਸੇਵਿੰਗ ਪ੍ਰੋਸੀਜਰ ਚੱਲਦਾ ਰਹਿਣਾ ਹੈ। ਤੇ ਉਹਨਾਂ ਨੂੰ ਕੋਵਿਡ ਵੀ ਹੋ ਗਿਆ ਤਾਂ ਉਹਨਾਂ ਨੂੰ ਡਾਇਲਿਸਿਸ ਰੋਕ ਨਹੀਂ ਸਕਦੇ, ਉਹਨਾਂ ਨੂੰ ਡਾਇਲਿਸਿਸ ਤੋਂ ਕੰਟੀਨਿਊ ਰੱਖਣੀ ਪੈਂਦੀ ਹੈ। ਸਾਡੇ ਸੈਂਟਰ ਦੇ ਵਿੱਚ, ਸਾਡੇ ਹਸਪੀਟਲ ਦੇ ਵਿੱਚ ਡਾਇਲਿਸਿਸ ਕੋਵਿਡ ਦੇ ਮਰੀਜ਼ ਦੇ ਉੱਪਰ ਵੀ ਅਸੀਂ ਡਾਇਲਿਸਿਸ ਕਰਦੇ ਹਾਂ। ਸਾਡੇ ਲਈ ਉਹਦੇ ਵੱਖਰੀ ਯੂਨਿਟ ਹੈ, ਸੈਪਰੇਟ ਸੈਂਟਰ ਅਸੀਂ ਹਸਪੀਟਲ ਦੇ ਵਿੱਚ ਯੂਨਿਟ ਹੈਗੇ ਔਰ ਸੈਪਰੇਟ ਮਸ਼ੀਨ ਆਏਗੀ, ਤਾਂ ਡਰਨ ਦੀ ਕੋਈ ਲੋੜ ਨਹੀਂ ਹੈ। ਤੁਸੀਂ ਡਾਇਲਿਸਿਸ ਵਾਲੇ ਮਰੀਜ਼ਾਂ ਨੂੰ ਕੋਵਿਡ ਵੀ ਹੋ ਜਾਏ ਤਾਂ ਕੋਈ ਘਬਰਾਉਣ ਦੀ ਲੋੜ ਨਹੀਂ ਹੈ।
ਜੀ ਡਾਕਟਰ ਸਾਹਿਬ ਤੁਸੀਂ ਸਾਡੇ ਦਰਸ਼ਕਾਂ ਨੂੰ ਬਹੁਤ ਵਧੀਆ ਜਾਣਕਾਰੀ ਦਿੱਤੀ। ਸਵਾਲ ਤਾਂ ਹਾਲੇ ਹੋਰ ਬੜੇ ਸੀਗੇ ਪਰ ਸਮਾਂ ਸਾਨੂੰ ਬਹੁਤੀ ਇਜਾਜ਼ਤ ਨਹੀਂ ਦੇ ਰਿਹਾ। ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਜਿਹੜੇ ਸਾਡੇ ਨਾਲ ਜੁੜੇ ਹਨ। ਤੁਹਾਡੇ ਨਾਲ ਫਿਰ ਮਿਲਣ ਦਾ ਵਾਅਦਾ ਕਰਦੇ ਹੋਏ ਅਸੀਂ ਤੁਹਾਡੇ ਤੋਂ ਇਜਾਜ਼ਤ ਲੈਂਦੇ ਹਾਂ। ਨਮਸਕਾਰ।